आई जा बसाखी डगा लाया ढोलियां होए आउंदे बन टोलियां ਗੱਭਰੂ ਪੰਜਾਬ ਦੇ ਨੇ ਪਾਉਂਦੇ ਬੋਲੀਆਂ ਤੇ ਉਹ ਮਠਾਸਾਂ ਘੋਲੀਆਂ। ਤੁਸੀਂ ਗੱਲ ਦੇ ਵਿੱਚ ਜੋ ਮਫਲਰ ਪਾਇਆ ਹੈ ਇਸ ਉੱਤੇ ਗੁਰਮੁਖੀ ਲਿਖੀ ਹੋਈ ਹੈ। ਪੰਜਾਬੀ ਹੋਣ ਦੇ ਨਾਤੇ, ਇੱਕ ਗਾਇਕ ਹੋਣ ਦੇ ਨਾਤੇ ਤੁਸੀਂ ਕੀ ਫਰਜ਼ ਸਮਝਦੇ ਹੋ? ਜਿਹੜੀ ਮੇਰੀ ਮਾਂ ਬੋਲੀ ਹੈ, ਜਿਹੜੀ ਮੈਂ ਆਪਦੀ ਮਾਂ ਤੋਂ ਸਿੱਖੀ ਹੈ, ਉਹ ਗੁਰਮੁਖੀ ਸਿੱਖੀ ਹੈ। ਤੇ ਮੈਂ ਇਹਨੂੰ ਅਕਸਰ ਜਦੋਂ ਕਿਤੇ ਵੀ ਜਾਣਾ ਤੇ ਮੈਂ ਇਹਨੂੰ ਗਲ 'ਚ ਪਾ ਕੇ ਰੱਖਦਾ ਤਾਂ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਸੁਚੇਤ ਤਾਂ ਕਰਾਂ ਕਿ ਇਹ ਮੇਰੀ ਮਾਂ ਦੀ ਬੋਲੀ ਹੈ ਜੀ, ਇਹ ਜੋ ਮੈਂ ਆਪਦੀ ਮਾਂ ਤੋਂ ਸਿੱਖੀ ਹੈ। ਲਾਈਫ ਦੇ ਜਿੰਨੇ ਫੇਸਿਸ ਮੈਨੂੰ ਆਉਂਦੇ ਨੇ ਮੈਂ ਹਰ ਫੇਸਿਸ ਨੂੰ ਇੰਜੋਏ ਕੀਤਾ। ਜਿੱਥੇ ਤੱਕ ਗਾਇਕੀ ਦਾ ਤਾਲੁਕਾਤ ਹੈਗਾ, ਗਾਇਕੀ ਤੇ ਮੈਂ 4th ਕਲਾਸ ਤੋਂ ਸ਼ੁਰੂ ਕਰਤੀ ਸੀ, ਪਰ ਉਹ ਮੇਰਾ ਸ਼ੌਕ ਸੀ। ਫਿਰ ਭੰਗੜਾ ਸ਼ੁਰੂ ਕੀਤਾ, ਸਾਈਮਲਟੇਨੀਅਸਲੀ ਥੀਏਟਰ ਸ਼ੁਰੂ ਕੀਤਾ ਤੇ ਉਹ ਸਫ਼ਰ ਚੱਲਦਾ ਰਿਹਾ। ਨੀ ਮੈਂ ਪਾਣੀ ਨੀ ਮੈਂ ਪਾਣੀ ਪਰੇ ਨੀ ਪਤਣੋਂ ਬੜੇ ਨੈਣ। ਜਦੋਂ ਇੱਕ ਆਰਟਿਸਟ ਆਪਣੀ ਆਰਟ ਨੂੰ ਬਹੁਤ ਜ਼ਿਆਦਾ ਟਾਈਮ ਦਿੰਦਾ ਹੈ, ਉਹਦੇ ਫੈਮਿਲੀ ਦੇ ਕੁਝ ਘੰਟੇ ਮੰਨਫੀ ਹੋਣਗੇ ਤੇ ਕਦੇ ਵਾਈਫ ਨੇ ਗੁੱਸਾ ਗਿਲਾ ਨਹੀਂ ਕੀਤਾ? ਇੰਨੀ ਲੜਾਈ ਤੇ ਨਹੀਂ ਕਦੇ ਵੀ ਕਦੇ ਨੇ ਹੋਈ। ਬਾਹਲੇ ਕਲਾਕਾਰਾਂ ਦੇ ਘਰ ਤਾਂ ਇਹੀ ਲੜਾਈਆਂ ਰਹਿੰਦੀਆਂ ਨੇ ਕਿ ਤੁਸੀਂ ਕੁੜੀਆਂ ਨਾਲ ਰਹਿੰਦੇ ਹੋ। ਦਾ ਅਨਮਿਊਟ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦੋਸਤੋ, ਪ੍ਰੋਗਰਾਮ ਅਨਮਿਊਟ ਕਿਸੇ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀ ਆਬੋ ਹਵਾ ਨੂੰ ਜਦੋਂ ਵੀ ਕਿਸੇ ਨੇ ਚਿਤਵਿਆ ਹੈ ਤਾਂ ਉਹ ਚਿੱਤਰਕਾਰੀ ਜ਼ਰੀਏ, ਗਾਇਕੀ ਜ਼ਰੀਏ, ਔਰ ਜਿੱਥੋਂ ਤੱਕ ਲੋਕ ਗੀਤ, ਲੋਕ ਕਹਾਵਤਾਂ ਦੀ ਗੱਲ ਆਉਂਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਪੰਜਾਬ ਜਿਹੜਾ ਹੈ ਉਹ ਲੋਕ ਗੀਤਾਂ ਦੇ ਵਿੱਚ ਵਸਦਾ ਹੈ। ਇੱਕ ਜਿਉਂਦੀ ਜਾਗਦੀ ਪਿਕਚਰ ਜਿਹੜੀ ਹੈ ਉਹ ਲੋਕ ਗੀਤ ਸਾਡੇ ਸਾਹਮਣੇ ਪੰਜਾਬ ਦੀ, ਪੰਜਾਬੀਅਤ ਦੀ ਰੱਖਦੇ ਹੈ। ਔਰ ਅਗਰ ਕੋਈ ਇਸ ਤਰ੍ਹਾਂ ਦਾ ਸ਼ਖਸ ਹੈ ਜਿਸਨੇ ਆਪਣੀ ਗਾਇਕੀ ਦੇ ਜ਼ਰੀਏ ਇਹਨਾਂ ਤਮਾਮ ਚੀਜ਼ਾਂ ਨੂੰ ਜ਼ਿੰਦਾ ਰੱਖਿਆ ਹੈ ਤਾਂ ਇੱਕ ਹੀ ਨਾਮ ਚੇਤੇ ਆਉਂਦਾ ਹੈ, ਮਿਸਟਰ ਪੰਮੀ ਬਾਈ। ਤੇ ਅੱਜ ਉਹ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਥੈਂਕ ਯੂ ਵੈਰੀ ਮਚ ਜੀ। ਪ੍ਰੋਗਰਾਮ ਦਾ ਨਾਮ ਹੈ ਅਨਮਿਊਟ ਕਿਸੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਨ੍ਹਾਂ ਵੀ ਪਰਸਨੈਲਿਟੀਜ਼ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਖਾਸ ਕਿਸਮ ਦੇ ਕਿੱਸੇ ਵਾਪਰੇ ਹੁੰਦੇ ਆ, ਉਹਨਾਂ ਕਿੱਸਿਆਂ ਦਾ ਜ਼ਿਕਰ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦਾ ਹੈ। ਇਸ ਕਰਕੇ ਥੋੜ੍ਹਾ ਜਿਹਾ ਡਿਫਰੈਂਟ ਮੌਜ਼ੂ ਹੈ ਇਸ ਪ੍ਰੋਗਰਾਮ ਦਾ। ਖਾਸ ਕਰ ਉਹ ਵਾਲੀਆਂ ਚੀਜ਼ਾਂ ਜੋ ਤੁਸੀਂ FB 'ਤੇ ਸ਼ੇਅਰ ਨਹੀਂ ਕਰਦੇ, ਜੋ ਤੁਸੀਂ ਕਿਸੇ ਵੀ ਸੋਸ਼ਲ ਹੈਂਡਲ 'ਤੇ ਸ਼ੇਅਰ ਨਹੀਂ ਕਰਦੇ, ਤਾਂ ਵੈਨ ਇਟ ਕਮਸ ਟੂ ਦ ਇੰਟਰਵਿਊ ਤਾਂ ਲੋਕਾਂ ਨੂੰ ਲੱਗਦਾ ਕਿ ਇਹ ਆਰਟਿਸਟ ਵਾਕਈ ਦੇ ਵਿੱਚ ਕੀ ਹੈ, ਇਹਦੇ ਨਾਲ ਕੀ ਕੁਝ ਹੋਇਆ ਹੈ। ਤੇ ਉਹ ਤਮਾਮ ਚੀਜ਼ਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਾਂ। ਸੋ ਨਿੱਗੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਆਗਾਜ਼ ਮੈਂ ਚਾਹੂੰਗੀ ਕਿ ਇੱਕ ਪਿਆਰੇ ਜਿਹੇ ਗੀਤ ਨਾਲ ਕਰੀਏ ਤੇ ਉਸ ਤੋਂ ਬਾਅਦ ਫਿਰ ਅੱਗੇ ਨੂੰ ਤੁਰਦੇ ਹਾਂ। ਬਿਲਕੁਲ, ਕਿਉਂਕਿ ਜਿਹੜੇ ਪੁਰਾਣੇ ਗੀਤ ਨੇ ਉਹ ਤੇ ਮੈਨੂੰ ਲੱਗਦਾ ਕਿ ਲੋਕਾਂ ਨੇ ਬਹੁਤ ਮਾਣੇ ਨੇ ਜੀ। ਤੇ ਮੈਂ ਚਾਹੁੰਦਾ ਕਿ ਕਿਸੇ ਅੱਜ ਦੇ, ਕਿਉਂਕਿ ਅੱਜ ਇੱਕ ਮੌਜੂ ਜਿਹੜਾ ਚੱਲ ਰਿਹਾ ਸਾਡਾ ਕਿਸਾਨੀ ਦਾ, ਬਹੁਤ ਵੱਡਾ ਮੌਜੂ ਹੈਗਾ। ਕਲਾਕਾਰ ਤੇ ਮੈਂ ਬਾਅਦ 'ਚ ਬਣਿਆ, ਪਹਿਲਾਂ ਇੱਕ ਕਿਸਾਨ ਦਾ ਪੁੱਤ, ਬੇਸਿਕਲੀ ਕਿਸਾਨ ਆ। ਤੇ ਉਸ ਕਿਸਾਨੀ ਦੀ ਇੱਕ ਤਰਾਸਦੀ ਮੇਰੇ ਸਾਹਮਣੇ ਵੀ ਹੈ ਜੀ। ਅਸੀਂ ਸੰਘਰਸ਼ ਤੇ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਸਾਡਾ ਪੰਜਾਬ ਨਹੀਂ ਇਕੱਲਾ ਬਲਕਿ ਸਮੁੱਚੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਲੜ ਰਹੇ ਨੇ, ਜਿਹਦੇ 'ਚ ਮੋਹਰੀ ਰੋਲ ਅਦਾ ਕੀਤਾ ਸਾਡੇ ਪੰਜਾਬੀਆਂ ਨੇ ਜੀ। ਪਰ ਉਸ ਦੇ ਵਿੱਚ ਉਸ ਸੰਘਰਸ਼ ਤੋਂ ਬਾਵਜੂਦ ਅਸੀਂ ਸਾਰੇ ਹੀ ਉਹਦੇ 'ਚ ਆਪੋ ਆਪਣਾ ਬਣਦਾ ਸਰਦਾ ਯੋਗਦਾਨ ਪਾ ਰਹੇ ਹਾਂ। ਪਰ ਮੇਰੇ ਜ਼ਿਹਨ 'ਚ ਇੱਕ ਹੋਰ ਵੀ ਹੈ ਜੋ ਬੜਾ ਵੱਡਾ ਮਸਲਾ ਹੈ ਪੰਜਾਬ ਦਾ, ਕਿ ਪੰਜਾਬ ਦਾ ਕਿਸਾਨ, ਪੰਜਾਬ ਦਾ ਕਿਰਤੀ, ਪੰਜਾਬ ਦਾ ਮਜ਼ਦੂਰ ਆਤਮ ਹੱਤਿਆ ਕਿਉਂ ਕਰਦਾ ਹੈ। ਉਸ ਆਤਮ ਹੱਤਿਆ ਦੀ ਇੱਕ ਬੇਹੱਦ ਖੂਬਸੂਰਤ ਰਚਨਾ ਇੱਕ ਨੌਜਵਾਨ ਜੰਗ ਢਿੱਲੋਂ ਉਹਨੇ ਲਿਖੀ, ਪੈਬੀ ਤੰਜਨ ਲਈ ਉਹਦਾ ਸੰਗੀਤ ਸਿਰਜਿਆ ਤੇ ਮੈਨੂੰ ਗਾਉਣ ਦਾ ਮਾਣ ਪ੍ਰਾਪਤ ਹੋਇਆ। ਤੇ ਉਹ ਗੀਤ ਹਾਲੇ ਫਿਜ਼ਾ 'ਚ ਨਹੀਂ ਆਇਆ, ਉਹ ਗੀਤ ਹਾਲੇ ਕਿਸੇ ਸੈਟੇਲਾਈਟ ਚੈਨਲ ਦੇ ਉੱਤੇ ਜਾਂ ਕਿਸੇ ਮਾਧਿਅਮ ਦੇ ਰਾਹੀਂ ਉਹਦੀ ਵੀਡੀਓ ਲੋਕਾਂ 'ਚ ਨਸ਼ਰ ਨਹੀਂ ਹੋਈ, ਉਹ ਕਰਨੀ ਹੈ। ਪਰ ਮੈਂ ਉਹਦੇ 2 ਬੋਲਾਂ ਨਾਲ ਸ਼ੁਰੂ ਕਰਾਂਗਾ, ਉਸ ਤੋਂ ਮਗਰੋਂ ਆਪਣਾ ਗੁਫ਼ਤਗੂ ਦਾ ਸਿਲਸਿਲਾ ਜਿਹੜਾ ਹੈਗਾ ਲੜੀਵਾਰ ਜਿਸ ਤਰ੍ਹਾਂ ਤੁਸੀਂ ਅੱਗੇ ਵਧਾਉਣਾ ਚਾਹੋਗੇ, ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਦਰਸ਼ਕਾਂ ਦੇ ਰੂਬਰੂ ਕਰ ਸਕਾਂ। ਸੋ ਸ਼ੁਰੂਆਤ ਕਰਨ ਜਾ ਰਹੇ ਹਾਂ। ਪੰਡ ਕਰਜ਼ੇ ਦੀ ਭਾਰੀ ਵੇ ਸਾਡੇ ਸਿਰ ਤੇ ਬੋਲ ਰਹੀ,
ਲੱਭਦਾ ਨੀ ਤੇਰਾ ਬਾਪੂ ਵੇ ਮੈਂ ਕਾਦੀ ਟੋਲ ਰਹੀ, ਪੰਡ ਕਰਜੇ ਦੀ ਭਾਰੀ ਵੇ ਸਾਡੇ ਸਿਰ ਤੇ ਬੋਲ ਰਹੀ, ਲੱਭਦਾ ਨੀ ਤੇਰਾ ਬਾਪੂ ਵੇ ਮੈਂ ਕਾਦੀ ਟੋਲ ਰਹੀ, ਫੋਨ ਬੈਂਕ ਦਾ ਆਇਆ, ਫੋਨ ਬੈਂਕ ਦਾ ਆਇਆ, ਸੁਣ ਕੇ ਬਾਹਰ ਨੂੰ ਤੁਰਿਆ, ਫਾਹਾ ਨਾ ਕਿਤੇ ਲੈ ਲੈ ਵੇ ਬਾਪੂ ਖੇਤੋਂ ਨੀ ਮੁੜਿਆ, ਫਾਹਾ ਨਾ ਕਿਤੇ ਲੈ ਲੈ ਵੇ ਉਹ ਤਾਂ ਖੇਤੋਂ ਨੀ ਮੁੜਿਆ। ਜੀ ਪੰਜਾਬ ਜੋ ਇੱਕ ਖਾਸ ਕਿਸਮ ਦੀ ਤਰਾਸਦੀ ਦੇ ਵਿੱਚੋਂ ਲੰਘ ਰਿਹਾ, ਪਿਛਲਾ 1 ਸਾਲ ਹੋ ਗਿਆ ਔਰ ਹਾਲੇ ਵੀ ਕੁਝ ਬਣਦਾ ਨਹੀਂ ਨਜ਼ਰ ਆ ਰਿਹਾ। ਤੁਸੀਂ ਗੱਲ ਦੇ ਵਿੱਚ ਜੋ ਮਫਲਰ ਪਾਇਆ ਹੈ ਇਸ ਉੱਤੇ ਗੁਰਮੁਖੀ ਲਿਖੀ ਹੋਈ ਹੈ ਅਤੇ ਪੰਜਾਬੀ ਹੋਣ ਦੇ ਨਾਤੇ, ਇੱਕ ਗਾਇਕ ਹੋਣ ਦੇ ਨਾਤੇ ਤਾਂ ਇੱਕ ਜੋ ਫੋਕ ਸਿੰਗਰ ਹੈ ਉਸ ਦੇ ਨਾਤੇ ਤੁਸੀਂ ਕੀ ਫਰਜ਼ ਸਮਝਦੇ ਹੋ ਕਿ ਪੰਜਾਬੀ ਨੂੰ ਕਿਸ ਤਰ੍ਹਾਂ ਅਸੀਂ ਲੋਕਾਂ ਦੇ ਵਿੱਚ ਹੋਰ ਪ੍ਰਚਲਿਤ ਕਰ ਸਕਦੇ ਹਾਂ? ਕਿਉਂਕਿ ਇੱਕ ਧਾਰਨਾ ਹੁਣ ਲੋਕਾਂ ਦੇ ਵਿੱਚ ਬਣਦੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਪੰਜਾਬ ਦਾ ਯੂਥ ਦੇਸ਼ ਛੱਡ ਕੇ ਬਾਹਰ ਜਾ ਰਿਹਾ ਹੈ ਤਾਂ ਪੰਜਾਬੀ ਕੀ ਵਾਕਈ ਮਰ ਜਾਏਗੀ? ਦੇਖੋ, ਬੜਾ ਵੱਡਾ ਸਵਾਲ ਹੈ। ਮਸਲਾ ਇਹ ਹੈਗਾ ਕਿ ਸਾਡਾ ਅੱਜ ਦਾ ਜਿਹੜਾ ਯੂਥ ਹੈਗਾ ਉਹ ਫਰਸਟ੍ਰੇਟ ਹੋ ਕੇ ਬਾਹਰ ਜਾ ਰਿਹਾ। ਸਾਡੀਆਂ ਮੌਜੂਦਾ ਸਰਕਾਰਾਂ ਜਾਂ ਸਾਡੇ ਪੋਲੀਟੀਕਲ ਲੋਕ ਉਹਦੇ ਬਾਰੇ 'ਚ ਬਿਲਕੁਲ ਹੀ ਸਿਰਦ ਨਹੀਂ, ਉਹ ਸੰਗਾ ਧੱਕਣਾ ਚਾਹੁੰਦੇ ਨੇ ਜੀ, ਅਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਭਿਖਾਰੀ ਬਣਾਉਣਾ ਚਾਹੁੰਦੇ ਨੇ ਅਤੇ ਇੰਨਾ ਕੁ ਉਹਨਾਂ ਨੂੰ ਮਤਲਬ ਕਿ ਲਵਾਊ ਨਾਅਰੇ, ਇਸ ਤਰ੍ਹਾਂ ਦੀਆਂ ਸਕੀਮਾਂ ਕਿ ਕਿਉਂਕਿ ਪੈਸੇ ਸਾਡੇ ਹੀ ਨੇ, ਟੈਕਸਿਸ ਸਾਤੋਂ ਹੀ ਕਰਾਏ ਜਾਂਦੇ ਨੇ ਅਤੇ ਅਸੀਂ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਇੱਕ ਉਪਰਾਲਾ ਵੀ ਕਰ ਰਹੇ ਹਾਂ, ਆਪਾਂ ਬਾਅਦ 'ਚ ਗੱਲ ਕਰਾਂਗੇ। ਤੁਹਾਡੇ ਸਵਾਲ ਦਾ ਜਵਾਬ ਇਹ ਹੈਗਾ ਕਿ ਜਿਹੜੀ ਮੇਰੀ ਮਾਂ ਬੋਲੀ ਹੈ, ਜਿਹੜੀ ਮੈਂ ਆਪਦੀ ਮਾਂ ਤੋਂ ਸਿੱਖੀ ਹੈ, ਉਹ ਗੁਰਮੁਖੀ ਸਿੱਖੀ ਹੈ ਅਤੇ ਮੈਂ ਇੱਕ ਚੌਂਕੀਦਾਰਾ ਵੀ ਕਰ ਰਿਹਾ, ਕਲਾਕਾਰ ਦੇ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਕਹਿ ਰਿਹਾ ਜਾਗੋ, ਜਾਗਣ ਦਾ ਵਕਤ ਹੈਗਾ। ਅਤੇ ਮੈਂ ਉਸੇ ਲਈ ਇਹ ਇੱਕ ਬਹੁਤ ਹੀ ਖੂਬਸੂਰਤ ਮੇਰੇ ਮਿੱਤਰ ਨੇ ਜਿਨ੍ਹਾਂ ਨੇ ਇਹ ਬਣਾ ਕੇ ਮੈਨੂੰ ਤੋਹਫਾ ਪੇਸ਼ ਕੀਤਾ ਜੀ, ਅਤੇ ਹਰਿੰਦਰ ਨੇ 1469 ਦਿੱਲੀ ਤੋਂ ਜੀ, ਅਤੇ ਮੈਂ ਇਹਨੂੰ ਅਕਸਰ ਜਦੋਂ ਕਿਤੇ ਵੀ ਜਾਣਾ ਅਤੇ ਮੈਂ ਇਹਨੂੰ ਗਲ 'ਚ ਪਾ ਕੇ ਰੱਖਦਾ ਤਾਂ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਸੁਚੇਤ ਤਾਂ ਕਰਾਂ ਕਿ ਇਹ ਮੇਰੀ ਮਾਂ ਦੀ ਬੋਲੀ ਹੈ ਜੀ, ਇਹ ਜੋ ਮੈਂ ਆਪਦੀ ਮਾਂ ਤੋਂ ਸਿੱਖੀ ਹੈ ਅਤੇ ਇਸ ਬੋਲੀ ਦੇ ਸਦਕੇ ਹੀ ਮੇਰੀ ਪੂਰੀ ਰਾਸ਼ਟਰੀ ਨਹੀਂ ਅੰਤਰਰਾਸ਼ਟਰੀ ਪਛਾਣ ਵੀ ਮੇਰੀ ਇਸ ਬੋਲੀ ਕਰਕੇ ਹੋਈ ਹੈ। ਜੇ ਮੈਂ ਬੋਲੀ ਦੇ ਅੱਖਰ ਨਾ ਬੋਲਦਾ, ਨਾ ਗੁਣਗੁਣਾਉਂਦਾ, ਨਾ ਗਾਉਂਦਾ ਅਤੇ ਸ਼ਾਇਦ ਪੰਮੀ ਬਾਈ ਇੱਕ ਪਰਮਜੀਤ ਸਿੰਘ ਸਿੱਧੂ ਬਣ ਕੇ ਕਿਤੇ ਅਲੋਪ ਹੋਇਆ ਹੁੰਦਾ ਜੀ, ਅਤੇ ਲੋਕਾਂ ਨੇ ਇੰਨਾ ਮਾਣ ਦਿੱਤਾ ਹੈ ਅਤੇ ਮੈਂ ਲੋਕਾਂ ਲਈ ਕੀ ਕਰ ਰਿਹਾ ਅਤੇ ਮੇਰਾ ਫਰਜ਼ ਵੀ ਹੈ ਨਾ, ਮਹਿਜ਼ ਆਪਦੇ ਲਈ ਪੈਸੇ ਕਮਾਉਣਾ, ਸ਼ੋਹਰਤ ਕਮਾਉਣਾ ਉਹ ਤਾਂ ਹਰ ਬੰਦੇ ਦਾ ਆਪੋ ਆਪਣਾ ਹੁੰਦਾ ਹੀ ਹੈ ਕਿ ਮੈਂ ਆਪਦੇ ਲਈ ਕਰਾਂ, ਪਰ ਮੈਂ ਲੋਕਾਂ ਲਈ ਕੀ ਕਰਦਾ, ਲੋਕਾਂ ਨੂੰ ਕਿਸ ਤਰ੍ਹਾਂ ਸੁਚੇਤ ਕਰਦਾ। ਅਤੇ ਮੈਂ ਤਾਂ ਹਰ ਥਾਂ ਦੇ ਉੱਤੇ ਝੰਡਾ ਬਰਦਾਰ ਬਣ ਕੇ ਖੜਦਾ ਆਪਦੀ ਮਾਂ ਬੋਲੀ ਦਾ ਅਤੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਕਿ ਜੋ ਸਕੂਨ, ਜੋ ਮੁਹੱਬਤ, ਜੋ ਆਪਦੀ ਮਾਂ ਬੋਲੀ ਬੋਲ ਕੇ ਫ਼ਖਰ ਮਹਿਸੂਸ ਹੁੰਦਾ ਹੈ ਉਹ ਤੁਹਾਨੂੰ ਦੂਜੀਆਂ ਭਾਸ਼ਾਵਾਂ ਤੁਸੀਂ ਸਿੱਖੋ ਜ਼ਰੂਰ, ਸਿੱਖਣ 'ਚ ਕੋਈ ਗੁਨਾਹ ਨਹੀਂ ਜੀ, ਹਰ ਤਰ੍ਹਾਂ ਦੀ ਭਾਸ਼ਾ ਸਿੱਖੋ ਪਰ ਫ਼ਖਰ ਆਪਦੀ ਮਾਂ ਬੋਲੀ 'ਤੇ ਕਰੋ ਅਤੇ ਇਹੀ ਮਾਂ ਬੋਲੀ ਤੁਹਾਨੂੰ ਇੱਕ ਦਿਨ ਉੱਪਰ ਲੈ ਕੇ ਜਾਊਗੀ। ਇੱਕ ਲਫ਼ਜ਼ ਤੁਸੀਂ ਵਰਤਿਆ ਝੰਡਾ ਬਰਦਾਰ, ਦਰਅਸਲ ਇਹ ਫਾਰਸੀ ਦਾ ਲਫ਼ਜ਼ ਹੈ ਜੋ ਅਲਮ ਬਰਦਾਰ ਤੋਂ ਇੱਧਰ ਬਣਾਇਆ ਗਿਆ ਜੀ। ਤਾਂ ਜਦੋਂ ਅਰਬ ਦੇ ਵਿੱਚ ਜਿਹੜੇ ਲੋਕ ਸੀ ਉਹ ਉਹਨਾਂ ਦੀ ਕਾਫੀ ਜ਼ਿਆਦਾ ਹਾਈਟਸ ਹੋਇਆ ਕਰਦੀਆਂ ਸੀ। ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਲੰਬਾ ਜੋ ਨੇਜ਼ਾ ਹੈ ਉਹ ਲੈ ਕੇ ਅਗਵਾਈ ਕੀਤੀ ਜਾਂਦੀ ਸੀ ਇੱਕ ਪੂਰੇ ਟੁਕੜੇ ਦੀ, ਤਾਂ ਜੋ ਇੱਕ ਉਹ ਦੱਸਿਆ ਜਾ ਸਕੇ ਕਿ ਅਸੀਂ ਪਹਿਰੇਦਾਰੀ ਕਰ ਰਹੇ ਹਾਂ, ਅਸੀਂ ਅਗਵਾਈ ਕਰ ਰਹੇ ਹਾਂ ਅਤੇ ਦੂਰੋਂ ਹੀ ਪਛਾਣਿਆ ਜਾ ਸਕੇ ਕਿ ਇਹ ਇਨਸਾਨ ਜਿਹੜਾ ਇਸ ਟੋਲੀ ਦੀ ਅਗਵਾਈ ਕਰ ਰਿਹਾ। ਸੋ ਸਿਮਿਲਰਲੀ ਤੁਸੀਂ ਇਹੀ ਕੁਝ ਕਰ ਰਹੇ ਹੋ। ਤੁਸੀਂ ਬਹੁਤ ਸਾਰੇ ਇਹਦੇ ਬਾਰੇ 'ਚ ਮੈਂ ਤੁਹਾਨੂੰ ਵਿਚਾਲੇ ਟੋਕਣ ਲੱਗਿਆ ਹੋਇਆ ਕਿ ਮੈਂ ਜਦੋਂ ਆਪਦੀ ਲਾਈਫ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣਾਈ ਨੱਚ ਦੀ ਜਵਾਨੀ ਜੀ, ਅਤੇ ਉਸ ਨੱਚ ਦੀ ਜਵਾਨੀ 'ਚ ਪੂਰੇ ਪੰਜਾਬ ਦੇ ਟੈਲੈਂਟਡ ਮੁੰਡੇ ਕੁੜੀਆਂ ਜੀ, ਕੋਈ ਅੰਮ੍ਰਿਤਸਰ ਤੋਂ, ਕੋਈ ਫਿਰੋਜ਼ਪੁਰ ਤੋਂ, ਕੋਈ ਬਠਿੰਡੇ ਤੋਂ, ਕੋਈ ਸੰਗਰੂਰ ਤੋਂ, ਕੋਈ ਪਟਿਆਲੇ ਤੋਂ, ਕੋਈ ਰੋਪੜ ਤੋਂ, ਅਲੱਗ-ਅਲੱਗ ਕਿਸਮ ਦੇ ਥਾਂ ਪ੍ਰਥਾਂ ਤੋਂ ਨਗ ਮੈਂ ਇਕੱਠੇ ਕੀਤੇ ਜੀ, ਅਤੇ ਮੈਂ ਉਹਨਾਂ ਨਗਾਂ ਦੇ ਵਿੱਚ ਜਿੰਨੇ ਨਗ ਸ਼ਾਮਲ ਕੀਤੇ ਅਤੇ ਉਹਨਾਂ ਦਾ ਸਾਰਿਆਂ ਦਾ ਮੈਂ ਛੋਟਾ ਨਾਂ ਰੱਖਿਆ ਆਪਦੇ ਤੌਰ ਦੇ ਉੱਤੇ ਜੀ। ਅਤੇ ਅਖੀਰ ਮੈਨੂੰ ਇੱਕ ਦਿਨ ਪਤਾ ਲੱਗਿਆ ਕਾਫੀ ਅਰਸੇ ਤੋਂ ਬਾਅਦ ਕਿ ਇਹਨਾਂ ਨਗਾਂ ਨੇ ਇੱਕ ਮੇਰਾ ਨਾਂ ਵੀ ਰੱਖਿਆ ਹੋਇਆ ਹੈ। ਅਤੇ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਸੰਗਦੇ ਕਿਉਂ ਹੋ ਜਦੋਂ ਮੈਂ ਤੁਹਾਨੂੰ ਫਰੀਕੁਐਂਟਲੀ ਉਹਨਾਂ ਨਾਵਾਂ ਨਾਲ ਸੰਬੋਧਨ ਕਰਦਾ, ਤੁਸੀਂ ਇੱਕ ਦੂਜੇ ਨਾਲ ਕਰਦੇ ਹੋ ਅਤੇ ਮੈਨੂੰ ਤੁਸੀਂ ਮੇਰੇ ਨਾਂ ਨਾਲ ਕਿਉਂ ਨਹੀਂ ਸੰਬੋਧਨ ਕਰਦੇ? ਤਾਂ ਉਹਨਾਂ 'ਚੋਂ ਇੱਕ ਮੁੰਡਾ ਸੀ,
ਉਹ ਕਹਿੰਦਾ ਵੀ ਤੁਹਾਡਾ ਨਾਂ ਅਸੀਂ ਝੰਡਾ ਸਿੰਘ ਰੱਖਿਆ ਕਿ ਝੰਡਾ ਤੁਹਾਡੇ ਹੱਥ 'ਚ ਹੈ। ਸੋ ਮੈਂ ਤੁਹਾਡੀ ਲੜੀ ਨਾਲ ਜੋੜਨ ਦੇ ਲਈ ਇਹ ਗੱਲ ਮੈਨੂੰ ਦੱਸਣੀ ਪਈ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਕੰਮ ਹੁੰਦਾ ਹੈਗਾ, ਇਹਦੇ ਲਈ ਨਿੱਠ ਕੇ ਤੁਰਨਾ ਪੈਂਦਾ ਹੈ ਜੀ। ਬਹੁਤ ਸਾਰੇ ਨੈਸ਼ਨਲ ਤੇ ਇੰਟਰਨੈਸ਼ਨਲ ਮੈਗਜ਼ੀਨਸ ਨੇ ਤੁਹਾਨੂੰ ਕਵਰ ਵੀ ਕੀਤਾ ਹੈ। ਇੱਕ ਬਹੁਤ ਵੱਡਾ ਮੈਗਜ਼ੀਨ ਪਬਲਿਸ਼ ਹੋਇਆ ਸੀ ਤੇ ਉਹਨਾਂ ਚੰਦ ਕੁ ਸ਼ਖਸੀਅਤਾਂ ਵਿੱਚੋਂ ਇੱਕ ਪੰਮੀ ਬਾਈ ਵੀ ਸੀ। ਸੋ ਮਾਈ ਨੈਕਸਟ ਕੁਐਸਚਨ ਇਜ਼ ਕਿ ਪੰਮੀ ਬਾਈ ਸਟਿਲ ਲੁਕਿੰਗ ਸੋ ਯੰਗ ਐਂਡ ਕਲਰਫੁਲ, ਤੇ ਤੁਸੀਂ ਹਾਲੇ ਵੀ ਬਹੁਤ ਕਲਰਫੁਲ ਹੋ ਤੇ ਫੁੱਲ ਆਫ ਲਾਈਫ ਲੱਗਦੇ ਹੋ। ਤੇ ਕਿੰਨਾ ਕੁ ਅਰਸਾ ਹੋ ਗਿਆ ਇਸ ਗਾਇਕੀ ਦੇ ਫੀਲਡ ਵਿੱਚ ਆਇਆ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਮਤਲਬ ਤੁਸੀਂ ਪ੍ਰੋਪਰ ਭੰਗੜੇ ਵਾਲੀ ਡਰੈਸ ਦੇ ਵਿੱਚ ਪਰਫਾਰਮ ਕਰਿਆ ਕਰਦੇ ਸੀ ਤੇ ਹੁਣ ਤੱਕ ਇਹਨਾਂ ਚੀਜ਼ਾਂ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਹੈ? ਕਿਉਂਕਿ ਇੱਕ ਖਾਸ ਕਿਸਮ ਦਾ ਦੌਰ ਤੁਸੀਂ ਦੇਖਿਆ ਹੈ। ਮੈਨੂੰ ਯਾਦ ਹੈ ਕਿ ਆਈ ਵਾਜ਼ ਇਨ ਸਕੂਲ ਕਿ ਜਦੋਂ ਤੁਸੀਂ ਪਰਫਾਰਮ ਕਰਿਆ ਕਰਦੇ ਸੀ, ਜਿਹੜੇ ਤੁਹਾਡੇ ਸਿਸਟਰ ਹੈਗੇ ਆ ਉਹ ਸ਼ੀ ਵਾਜ਼ ਮਾਈ ਟੀਚਰ, ਤਾਂ ਇਸ ਕਰਕੇ ਤੁਸੀਂ ਉਦੋਂ ਵੀ ਆਇਆ ਕਰਦੇ ਸੀ, ਉਦੋਂ ਵੀ ਮੈਂ ਉਸੇ ਕਿਸਮ ਦਾ ਪੰਮੀ ਬਾਈ ਦੇਖਿਆ ਤੇ ਅੱਜ ਮੈਂ ਤੁਹਾਨੂੰ ਇੰਟਰਵਿਊ ਕਰ ਰਹੀ ਹਾਂ ਤੇ ਅੱਜ ਵੀ ਮੈਨੂੰ ਉਨੇ ਹੀ ਕਲਰਫੁਲ ਲੱਗ ਰਹੇ ਹੋ। ਥੈਂਕ ਯੂ। ਦੇਖੋ, ਮੈਂ ਇੱਕ ਗੱਲ ਸੋਚਦਾ ਹੁੰਦਾ ਕਿ ਹਰ ਇੱਕ ਬੰਦੇ ਨੂੰ ਇੱਕ ਇਨਿੰਗ ਮਿਲਦੀ ਹੈ ਲਾਈਫ ਦੇ ਵਿੱਚ ਜੀ। ਉਸ ਸੈਕੰਡ ਇਨਿੰਗ ਨਹੀਂ ਮਿਲਦੀ। ਉਸ ਇਨਿੰਗ ਨੂੰ ਤੁਸੀਂ ਕਿੰਨੀ ਖੂਬਸੂਰਤ ਪਾਰੀ ਨਾਲ ਖੇਡਦੇ ਹੋ ਜੀ, ਤੁਸੀਂ ਕਿੰਨੇ ਕੁ ਪਲ ਇੰਜੋਏ ਕਰਦੇ ਹੋ। ਤੇ ਮੈਂ ਆਪਦੀ ਉਸ ਕੋਸ਼ਿਸ਼ ਦੇ ਵਿੱਚ ਹੈਗਾ ਕਿ ਮੈਂ ਆਪਦੀ ਲਾਈਫ ਦੇ ਜਿੰਨੇ ਫੇਜ਼ਿਸ ਮੈਨੂੰ ਆਉਂਦੇ ਨੇ, ਮੈਂ ਹਰ ਫੇਜ਼ਿਸ ਨੂੰ ਇੰਜੋਏ ਕੀਤਾ ਹੈ ਜੀ। ਮੈਂ ਇੱਕ ਸਕੂਲ ਦੇ ਵਿਦਿਆਰਥੀ ਤੋਂ ਲੈ ਕੇ ਕਾਲਜ ਦੇ ਵਿਦਿਆਰਥੀ ਤੋਂ, ਯੂਨੀਵਰਸਿਟੀ ਦੇ ਵਿਦਿਆਰਥੀ ਤੋਂ, ਕੋਚ ਬਣਨ ਦਾ ਸਫ਼ਰ, ਨੌਕਰੀ ਕਰਨ ਦਾ ਸਫ਼ਰ ਤੇ ਫ੍ਰੀਲਾਂਸਿੰਗ ਦਾ ਸਫ਼ਰ, ਬੜੇ ਸਫ਼ਰ ਤੈਅ ਕੀਤੇ ਨੇ। ਤੇ ਜਿੱਥੇ ਤੱਕ ਤਾਲੁਕਾਤ ਹੈਗਾ ਮੇਰੇ ਚਾਦਰੇ ਕੁੜਤੇ ਦਾ, ਮੈਂ ਸਟਿਲ ਉਹਦੇ 'ਚ ਹੀ ਪਰਫਾਰਮ ਕਰਦਾ ਤੇ ਮੈਂ ਉਹਦੇ 'ਚ ਬਹੁਤ ਸਕੂਨ ਤੇ ਮਾਣ ਮਹਿਸੂਸ ਕਰਦਾ ਜੀ ਕਿ ਮੈਂ ਆਪਦੇ ਪੰਜਾਬ ਦਾ ਉਹ ਪਹਿਰਾਵਾ ਪਾ ਕੇ ਲੋਕਾਂ ਦੇ ਸਨਮੁਖ ਹੁੰਨਾ, ਜਿਸ ਪਹਿਰਾਵੇ ਨੂੰ ਮੈਂ ਬਚਪਨ 'ਚ ਮਾਣਿਆ, ਜਿਸ ਪਹਿਰਾਵੇ ਨੂੰ ਮੇਰੇ ਫੋਰਫਾਦਰਸ ਨੇ ਮਾਣਿਆ ਹੈਗਾ, ਤੇ ਉਸ ਦਾ ਬਿੰਬ, ਉਸ ਦੀ ਪ੍ਰਤੀਨਿਧਤਾ ਕਰਦਾ ਮੈਂ ਲੋਕਾਂ ਦੇ ਸਾਹਮਣੇ ਆਉਣਾ। ਬਹੁਤ ਘੱਟ ਕਲਾਕਾਰ ਨੇ ਜਿਹੜੇ ਇਸ ਤਰ੍ਹਾਂ ਦੀਆਂ ਮਤਲਬ ਕਿ ਡਰੈਸਿਸ ਪਾ ਕੇ ਲੋਕਾਂ ਦੇ ਸਨਮੁਖ ਹੁੰਦੇ ਨੇ। ਜਿੱਥੇ ਤੱਕ ਗਾਇਕੀ ਦਾ ਤਾਲੁਕਾਤ ਹੈਗਾ, ਗਾਇਕੀ ਤੇ ਮੈਂ ਚੌਥੀ ਕਲਾਸ ਤੋਂ ਸ਼ੁਰੂ ਕਰਤੀ ਸੀ, ਪਰ ਉਹ ਮੇਰਾ ਸ਼ੌਕ ਸੀ। ਫਿਰ ਭੰਗੜਾ ਸ਼ੁਰੂ ਕੀਤਾ, ਸਾਈਮਲਟੇਨੀਅਸਲੀ ਥੀਏਟਰ ਸ਼ੁਰੂ ਕੀਤਾ, ਤੇ ਉਹ ਸਫ਼ਰ ਚੱਲਦਾ ਰਿਹਾ ਜੀ। ਤੇ ਪ੍ਰੋਫੈਸ਼ਨਲੀ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਦੇ ਵਿੱਚ। ਪ੍ਰੋਫੈਸ਼ਨ ਲਈ ਤਾਂ ਮੈਨੂੰ ਉਹਦੇ 'ਚ ਸਾਡੇ ਸਵਰਗੀਆ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਭੈਣ ਜੀ ਨਰਿੰਦਰ ਬੀਬਾ ਹੋਣਾ ਨੇ ਜੀ, ਉਹਨਾਂ ਨੇ, ਜਾਂ ਮੇਰੇ ਬੜੇ ਸਤਿਕਾਰਯੋਗ ਭੈਣ ਜੀ ਲਾਈਵ ਲੀਜੈਂਡਸ ਗੁਰਮੀਤ ਬਾਬਾ, ਉਹਨਾਂ ਦੇ ਹਸਬੈਂਡ ਕਿਰਪਾਲ ਬਾਬਾ, ਉਹਨਾਂ ਲੋਕਾਂ ਨੇ ਮੈਨੂੰ ਬੂਸਟ ਕੀਤਾ, ਮੈਨੂੰ ਉਸ ਪਾਸੇ ਨੂੰ ਤੋਰਨ ਦੇ ਯਤਨ ਕੀਤੇ। ਇਹ ਮੈਨੂੰ ਰੇਡੀਓ ਪਾਸ ਕਰਨ ਦਾ ਉਹਨਾਂ ਨੇ ਕਿਹਾ ਕਿ ਇਹ ਵੀ ਜ਼ਰੂਰ ਕਰੋ। ਅਤੇ ਮੈਂ 87 ਦੇ ਵਿੱਚ 86 ਦੇ ਵਿੱਚ ਸਟੇਜਾਂ 'ਤੇ ਉਹਨਾਂ ਨਾਲ ਗਾਉਣਾ ਸ਼ੁਰੂ ਕੀਤਾ, ਅਤੇ 86 ਦੇ ਲਾਸਟ ਦੇ ਵਿੱਚ ਮੈਂ ਇੱਕ ਆਡੀਓ ਕੈਸੇਟ ਦੇ ਵਿੱਚ ਗਾਇਆ ਭੈਣ ਜੀ ਨਰਿੰਦਰ ਬੀਬਾ ਦੇ ਨਾਲ ਜੀ। ਅਤੇ ਪਰ ਉਦੋਂ ਵੀ ਮੈਂ ਨਹੀਂ ਸੀ ਸੋਚਿਆ ਮੈਂ ਪ੍ਰੋਫੈਸ਼ਨਲ ਆਰਟਿਸਟ ਬਣੂੰਗਾ। 87 ਦੇ ਵਿੱਚ ਮੈਂ ਰੇਡੀਓ ਦਾ ਐਗਜ਼ਾਮ ਦਿੱਤਾ ਅਤੇ ਉਹ ਪਾਸ ਕੀਤਾ। 88 ਦੇ ਵਿੱਚ ਉਹਨਾਂ ਦਾ ਰਿਜ਼ਲਟ ਆਇਆ, ਅਤੇ ਬੜੇ ਘੱਟ ਉਹਦੇ 'ਚ ਐਡੀਸ਼ਨ 'ਚ ਲੋਕ ਪਾਸ ਹੋਏ, 10-11 ਦੇ ਵਿੱਚ ਇੱਕ ਮੈਂ ਵੀ ਸ਼ਾਮਲ ਸੀ। ਅਤੇ ਉਹ ਸਫ਼ਰ ਬੜਾ ਇੰਟਰਸਟਿੰਗ ਹੁੰਦਾ ਗਿਆ, ਤੇ ਸ਼ੌਕ ਨੇ। ਇਹ ਉਹ ਦੌਰ ਸੀ ਜਦੋਂ ਰੇਡੀਓ ਦੇ ਵਿੱਚ A ਗ੍ਰੇਡ B ਗ੍ਰੇਡ ਆਰਟਿਸਟ ਹੁੰਦੇ ਸੀ। ਮੈਂ ਆਈ ਐਮ B ਹਾਈ ਗ੍ਰੇਡ। ਵਾਓ। ਆਈ ਐਮ ਸਟਿਲ B ਹਾਈ ਗ੍ਰੇਡ। ਅਤੇ ਹੁਣ ਵੀ ਮੈਂ ਜਾਂਦਾ ਕਦੇ ਕਦਾਈ, ਜਦੋਂ ਮੈਨੂੰ ਬੁਲਾਉਂਦੇ ਨੇ ਕੰਸਰਟਸ ਦੇ ਉੱਤੇ, ਅਤੇ ਮੈਂ ਜਾਂਦਾ ਹੈਗਾ ਅਤੇ ਮੈਂ ਕਰਦਾ, ਅਤੇ ਮੈਨੂੰ ਬੜਾ ਮਾਣ ਹੁੰਦਾ। ਅਤੇ ਰੇਡੀਓ ਵਿੱਚ ਪਰਫਾਰਮ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ, ਕਿਉਂਕਿ ਜਦੋਂ ਤੁਹਾਨੂੰ ਲੈਟਰ ਆਉਂਦਾ ਹੈ ਫਰੋਮ ਦ ਪ੍ਰੈਜ਼ੀਡੈਂਟ ਆਫ ਇੰਡੀਆ, ਅਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਮਾਣ ਵਾਲੀ ਗੱਲ ਹੈ। ਔਰ ਇਹ ਸਰਟੀਫਿਕੇਟਸ ਤੁਹਾਡੇ ਕੰਮ ਬਹੁਤ ਜ਼ਿਆਦਾ ਆਉਂਦੇ ਹੈ, ਜਿਨ੍ਹਾਂ ਨੇ ਰੇਡੀਓ ਜਾਂ ਦੂਰਦਰਸ਼ਨ ਦੇ ਵਿੱਚ ਪਰਫਾਰਮ ਕੀਤਾ, ਤਾਂ ਆਪਣੇ ਆਪ ਦੇ ਵਿੱਚ ਇੱਕ ਅਜੀਬ ਕਿਸਮ ਦੀ ਔਰ ਵੱਖਰੇ ਕਿਸਮ ਦਾ ਐਕਸਪੀਰੀਅੰਸ ਹੁੰਦਾ ਹੈ। ਇੱਕ ਅਗਲਾ ਬੜਾ ਖੂਬਸੂਰਤ ਅਹਿਮ ਸਵਾਲ ਇਹ ਕਿ ਜਦੋਂ ਇੱਕ ਆਰਟਿਸਟ ਸਟੇਜ 'ਤੇ ਪਰਫਾਰਮ ਕਰਦਾ, ਇੱਕ ਬਹੁਤ ਖੂਬਸੂਰਤ ਕੋਟ ਹੈ ਕਿ ਜਦੋਂ ਵੀ ਤੁਸੀਂ ਸਟੇਜ 'ਤੇ ਪਰਫਾਰਮ ਕਰਨਾ ਹੈ, ਤੁਹਾਡੇ ਵਾਸਤੇ ਇਹ ਇੰਪੋਰਟੈਂਟ ਹੈ ਕਿ ਆਡੀਅੰਸ ਕੀ ਚਾਹੁੰਦੀ ਹੈ, ਨਾ ਕਿ ਵਾਟ ਯੂ ਆਰ ਫੀਲਿੰਗ ਫਰਮ ਇਨਸਾਈਡ, ਹੈ ਨਾ। ਅਤੇ ਕਹਿੰਦੇ ਕਿਰਦਾਰ ਇਸ ਕਿਸਮ ਨਾਲ ਨਿਭਾਓ ਕਿ ਕਿਰਦਾਰ ਖਤਮ ਵੀ ਹੋ ਜਾਏ ਅਤੇ ਤਾੜੀਆਂ ਵੱਜਦੀਆਂ ਰਹਿਣ। ਜਦੋਂ ਤੁਸੀਂ ਕਮਰਸ਼ੀਅਲੀ ਇਸ ਫੀਲਡ ਵਿੱਚ ਆ ਹੀ ਗਏ, ਬਸ਼ਰਤੇ ਕਿ ਆਉਣਾ ਹੀ ਪੈਣਾ ਸੀ, ਕਦੇ ਇਸ ਤਰ੍ਹਾਂ ਦਾ ਕੋਈ ਕਿੱਸਾ ਵਾਪਰਿਆ ਕਿ ਤੁਹਾਨੂੰ ਬੁਲਾਇਆ ਗਿਆ ਅਤੇ ਮਨ ਦੀ ਹਾਲਤ ਉਦੋਂ ਠੀਕ ਨਹੀਂ ਸੀ, ਬਟ ਸਟਿਲ ਕਿਉਂਕਿ ਆਡੀਅੰਸ ਬੈਠੀ ਸੀ ਤੁਹਾਨੂੰ ਗਾਣਾ ਪਿਆ? ਹਾਂ, ਮੇਰੇ ਨਾਲ ਵਾਪਰਿਆ। ਮੇਰੇ ਫਾਦਰ ਦੀ ਸਡਨ ਕਹਿੰਦੇ ਨੇ ਡੈਥ ਹੋਈ, ਬਿਲਕੁਲ ਹੀ ਸਡਨ। ਕਿਸੇ ਦੋਸਤ ਦੇ ਭੋਗ 'ਤੇ ਸੀ, ਬੋਲਦੇ ਬੋਲਦੇ ਮਹਾਰਾਜ ਦੇ ਤਾਬੇ ਹੀ ਉਹ
ਚਲੇ ਗਏ, ਇਟਸ ਨੋ ਮੋਰ ਜੀ। ਤੇ ਪਰ ਮੇਰੀ ਇੱਕ ਕਮਿਟਮੈਂਟ ਸੀ ਉਹ ਤੋਂ ਪਹਿਲਾਂ, ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਫੰਕਸ਼ਨ ਸੀ, ਹਾਲੇ ਭੋਗ ਵੀ ਨਹੀਂ ਸੀ ਪਿਆ, ਤੇ ਪਰ ਮੈਂ ਉਸ ਕਮਿਟਮੈਂਟ ਨੂੰ ਪੂਰਾ ਕੀਤਾ ਜੀ। ਤੇ ਉਹ ਮੇਰੇ ਲਈ ਬੜਾ ਅਜੀਬ ਤਰ੍ਹਾਂ ਦਾ ਪਲ ਸੀ, ਪਰ ਸ਼ੋ ਮਸਟ ਗੋ ਔਨ। ਮੈਂ ਆਪਦੇ ਉਸਤਾਦਾਂ ਤੋਂ, ਇਹੀ ਸਵਾਲ ਸੀ ਮੇਰਾ ਕਿ ਆਰਟਿਸਟ ਵਾਟ ਹੀ ਇਜ਼ ਫੀਲਿੰਗ ਫਰਮ ਇਨਸਾਈਡ, ਉਹ ਅੰਦਰੋਂ ਕੀ ਫੀਲ ਕਰ ਰਿਹਾ, ਇਹ ਇੰਪੋਰਟੈਂਟ ਨਹੀਂ ਹੁੰਦਾ, ਪਰ ਆਡੀਅנס ਨੂੰ ਤੁਸੀਂ ਆਪਣੇ ਅੰਦਰੋਂ ਕੀ ਹੋ ਔਰ ਤੁਸੀਂ ਕੀ ਪਰਫਾਰਮ ਕਰਨਾ ਹੈ। ਤੁਹਾਡੀ ਪਰਸਨਲ ਲਾਈਫ ਨਾਲੋਂ ਤੁਹਾਡੀ ਪ੍ਰੋਫੈਸ਼ਨਲ ਲਾਈਫ ਬਿਲਕੁਲ ਅਲੱਗ ਹੁੰਦੀ। ਬਿਲਕੁਲ ਬਿਲਕੁਲ। ਮੇਰਾ ਨਾਮ ਜੋਕਰ ਦੇ ਵਿੱਚ ਵੀ ਇਹੀ ਰਾਜ ਕਪੂਰ ਸਾਹਿਬ ਨੇ ਪੇਸ਼ ਕੀਤਾ ਸੀ ਕਿ ਇੱਕ ਪਾਸੇ ਮਾਂ ਮਰੀ ਹੁੰਦੀ ਹੈ, ਦੂਸਰੇ ਪਾਸੇ ਉਹ ਸਰਕਸ ਦੇ ਵਿੱਚ ਪਰਫਾਰਮ ਕਰ ਰਹੇ ਹੁੰਦੇ ਨੇ। ਸੋ ਇੱਕ ਆਰਟਿਸਟ ਦੀ ਜਿਹੜੀ ਲਾਈਫ ਹੈਗੀ ਲੋਕਾਂ ਨੂੰ ਦੇਖਣ ਨੂੰ ਤਾਂ ਬਹੁਤ ਖੂਬਸੂਰਤ ਲੱਗਦੀ ਹੈ, ਪਰ ਉਹ ਵੀ ਇੱਕ ਇਨਸਾਨ ਹੈ, ਕਲਾਕਾਰ ਵੀ ਇੱਕ ਇਨਸਾਨ ਹੈਗਾ, ਉਹਦਾ ਆਪਦੇ ਰਿਸ਼ਤੇ ਨਾਤੇ ਵੀ ਨੇ, ਉਹਦਾ ਆਪਦਾ ਇੱਕ ਦਾਇਰਾ ਹੈਗਾ, ਉਹਦੀ ਆਪਦੀ ਇੱਕ ਸੋਚ ਹੈਗੀ ਹੈ। ਪਰ ਸਾਨੂੰ ਆਪਦੀ ਆਡੀਅנס ਨੂੰ ਮੰਤਰ ਮੁਗਧ ਕਰਨ ਦੇ ਲਈ, ਜਿਹਦੇ ਲਈ ਅਸੀਂ ਜਾਣੇ ਜਾਂਦੇ ਹਾਂ ਜਾਂ ਜਿਹਦੇ ਲਈ ਸਾਨੂੰ ਬੁਲਾਇਆ ਜਾਂਦਾ ਹੈ, ਤੇ ਸਾਨੂੰ ਉਹਨਾਂ ਨੂੰ ਵੇਖ ਕੇ ਹੀ ਉਸ ਤਰ੍ਹਾਂ ਦਾ ਹੀ ਮਾਹੌਲ ਸਿਰਜਣਾ ਪੈਂਦਾ ਹੈ। ਤੇ ਜੇ ਤੁਸੀਂ, ਕਿਉਂਕਿ ਅਸੀਂ ਵੀ ਆਰ ਐਵਰੀ ਡੇ ਸਿਟ ਇਨ ਦਾ ਐਗਜ਼ਾਮੀਨੇਸ਼ਨ, ਤੇ ਸਾਨੂੰ ਹਰ ਐਗਜ਼ਾਮੀਨੇਸ਼ਨ 'ਚ ਪਾਸ ਹੋ ਕੇ ਨਿਕਲਣਾ ਪੈਂਦਾ ਹੈ। ਫੇਲੂਅਰ ਜਿਹੜਾ ਹੈਗਾ ਕੋਈ ਵੀ ਆਰਟਿਸਟ ਨਹੀਂ ਚਾਹੁੰਦਾ ਆਪਦੀ ਲਾਈਫ ਦੇ ਵਿੱਚ, ਕਿ ਉਹ ਚਾਹੁੰਦਾ ਹੈ ਕਿ ਮੇਰਾ ਹਰ ਕੰਸਰਟ, ਮੇਰੀ ਹਰ ਗੱਲ, ਮੇਰਾ ਹਰ ਗੀਤ ਮੇਰੇ ਮੂਹਰੇ ਬੈਠੇ ਸਰੋਤਿਆਂ ਨੂੰ ਪਸੰਦ ਆਉਣਾ ਚਾਹੀਦਾ, ਤੇ ਉਹਨਾਂ ਦੀ ਨਬਜ਼ ਅਨੁਸਾਰ ਹੋਣਾ ਚਾਹੀਦਾ ਹੈ ਕਿ ਵਾਟ ਦੇ ਰਿਕੁਆਇਰਡ। ਜੀ। ਪੰਮੀ ਬਾਈ ਇੱਕ ਇਸ ਕਿਸਮ ਦਾ ਨਾਮ ਹੈ ਜਿਸ ਨੂੰ ਪੰਜਾਬ ਦਾ ਗਾਇਕ ਤੇ ਨਾਇਕ ਵਜੋਂ ਜਾਣਿਆ ਜਾਂਦਾ ਹੈ। ਜਦੋਂ ਤੁਸੀਂ ਪੰਜਾਬ ਦੇ ਵਿੱਚ ਗਾਉਂਦੇ ਹੋਏ ਤੁਹਾਨੂੰ ਪਹਿਲੀ ਵਾਰ ਮਰਤਬਾ ਪੰਜਾਬ ਤੋਂ ਬਾਹਰ ਜਾ ਕੇ ਕਿਤੇ ਗਾਉਣ ਦਾ ਮੌਕਾ ਮਿਲਿਆ ਜਾਂ ਸੋ ਕਾਲ ਤੁਸੀਂ ਅਬਰੋਡ ਗਏ, ਤਾਂ ਹਾਊ ਵਾਸ ਦ ਐਕਸਪੀਰੀਅੰਸ? ਵਾਸ ਗ੍ਰੇਟ, ਵੈਰੀ ਗ੍ਰੇਟ। ਮਤਲਬ ਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ I was working as a class 1 officer in the government of India, Ministry of Human Resources and Culture, ਜੀ ਜਨਰਲ ਕਲਚਰ ਸੈਂਟਰ ਦੇ ਵਿੱਚ ਮੈਂ ਇੱਕ ਪ੍ਰੋਗਰਾਮ ਡਾਇਰੈਕਟਰ ਸੀ, ਤੇ ਪਰ ਮੈਂ ਨੌਕਰੀ ਛੱਡਣਾ ਚਾਹੁੰਦਾ ਸੀ। ਮੇਰੇ ਫਾਦਰ ਨਹੀਂ ਸੀ ਚਾਹੁੰਦੇ ਕਿ ਮੈਂ ਨੌਕਰੀ ਛੱਡਾਂ। ਜੀ। ਇੱਕ ਸਾਲ ਸਾਡੇ Is it was like NZCC ਦੀ ਤਰ੍ਹਾਂ ਕੁਝ ਸੀ? ਜਾਂ I was in NZCC ਜੀ। ਤੇ ਇੱਕ ਸਾਲ ਸਾਡੇ ਬਾਪੂ ਦੀ ਇਹੀ ਗੱਲ ਤੇ ਬਹਿਸ ਹੁੰਦੀ ਰਹੀ ਕਿ ਨਹੀਂ ਛੱਡਣਾ। ਮੈਂ ਕਿਹਾ ਛੱਡਣਾ ਹੈ। ਉਹਨਾਂ ਨੂੰ ਇਹ ਸੀ ਕਿ ਵੀ ਜਿਹੜੇ ਇਹ ਲੋਕ ਆਰਟਿਸਟ ਬਣਦੇ ਨੇ, ਪਿਕਚਰਾਂ ਪੁਕਚਰਾਂ ਬਣਾਉਂਦੇ ਨੇ, ਇਹ ਜ਼ਮੀਨਾਂ ਜਾਇਦਾਦਾਂ ਵੇਚ ਦਿੰਦੇ ਨੇ ਆਪਦੇ ਸ਼ੌਕ ਪਿੱਛੇ, ਤੇ ਹਰ ਮਾਂ ਬਾਪ ਨੂੰ ਤੌਖਲਾ ਹੁੰਦਾ ਹੈ। ਤੇ ਮੈਂ ਇਕੱਲਾ ਮੁੰਡਾ ਸੀ, ਭੈਣਾਂ ਆਲਰੇਡੀ ਆਪਦੇ ਵੈਲ ਸੈਟਲ ਸਨ ਜੀ। ਤਾਂ ਉਸ ਟਾਈਮ ਦੇ ਉੱਤੇ ਸੋਚਿਆ ਕਿ ਯਾਰ ਕਿਵੇਂ ਫੇਸ ਕਰਾਂ। ਬਾਪੂ ਜੀ ਨੇ ਮੇਰੇ ਦੋਸਤਾਂ ਨੂੰ ਵੀ ਸਿਖਾਤਾ, ਜਿਹੜੇ ਮੈਨੂੰ ਵਾਰੀ ਵਾਰੀ ਕਹਿੰਦੇ ਨਹੀਂ ਦੇਖ ਇਹ ਗਲਤੀ ਨਾ ਕਰੀ, ਇਹ ਗਲਤੀ ਨਾ ਕਰੀ। ਪਰ ਮੇਰੇ ਮਨ ਦਾ ਅੰਦਰਲਾ ਕਲਾਕਾਰ ਉਹ ਕਹਿੰਦਾ ਸੀ ਜੇ ਤੂੰ ਇਹ ਗਲਤੀ ਨਾ ਕੀਤੀ ਤੂੰ ਸਾਰੀ ਜ਼ਿੰਦਗੀ ਪਛਤਾਏਂਗਾ। ਤੇ ਫਿਰ ਇੱਕ ਦਿਨ ਉਹ ਸਮਾਂ ਆ ਗਿਆ ਕਿ ਮੈਂ ਬਗੈਰ ਦੱਸਿਆ ਰਿਜ਼ਾਈਨ ਕਰ ਦਿੱਤਾ। ਤੇ ਰਿਜ਼ਾਈਨ ਕਰਨ ਤੋਂ ਮਗਰੋਂ ਮੇਰੀ ਪਹਿਲੀ ਪਰਫਾਰਮੈਂਸ ਜਿਹੜੀ ਹੈਗੀ ਹੈ ਉਹ ਕੈਨੇਡਾ ਦੀ ਧਰਤੀ 'ਤੇ ਸੀ। ਤੇ ਉਸ ਟਾਈਮ ਦੇ ਉੱਤੇ ਸਾਡੇ ਰਾਜਾ ਐਂਟਰਟੇਨਰ ਸਨ, ਅਤੇ ਭਾਈ ਮਨਿੰਦਰ ਗਿੱਲ ਹੋਣਾ ਨੇ ਬੁਲਾਇਆ। ਉਸ ਗਰੁੱਪ ਦੇ ਵਿੱਚ ਮੈਂ ਵੀ ਸ਼ਾਮਲ ਸੀ, ਕੁਛ ਪਾਕਿਸਤਾਨ ਦੇ ਕਲਾਕਾਰ ਸੀ, ਕੁਛ ਸਾਡੇ ਪੰਜਾਬ ਦੇ ਕਲਾਕਾਰ ਸੀ ਜੀ। ਉਹਨਾਂ ਕਲਾਕਾਰਾਂ ਦੇ ਵਿੱਚ ਮੇਰਾ ਇੱਕ ਅਲੱਗ ਕਿਸਮ ਦਾ ਮਕਾਮ ਸੀ। ਮੈਂ ਉੱਥੇ ਆਪਣੇ ਪੁਰਾਣੇ ਭੰਗੜਚੀ ਮੁੰਡਿਆਂ ਨੂੰ ਇਕੱਠੇ ਕੀਤਾ, ਉਹਨਾਂ 'ਚੋਂ ਸਰਬਜੀਤ ਚੀਮੇ ਹੋਣੀ ਇੱਕ ਨੇ, ਲਾਡੀ ਹੋਣੀ, ਪੰਮੇ ਹੋਣੀ, ਇਹਨਾਂ ਨੂੰ ਇਕੱਠੇ ਕਰਕੇ ਮੈਂ ਲਾਈਵ ਪਰਫਾਰਮੈਂਸ ਇਹਨਾਂ ਦੇ ਨਾਲ ਕੀਤੀ। ਸਟੇਜ 'ਤੇ ਖੂੰਡਾ ਫੜ ਕੇ ਗਿਆ, ਵਿਸਾਖੀ ਦਾ ਇੱਕ ਗਾਣਾ ਗਾਇਆ, ਤਾਂ ਲੋਕਾਂ ਨੇ ਸਟੈਂਡਿੰਗ ਓਵੇਸ਼ਨ ਦੇਤੀ। ਉਹ ਗਾਣਾ ਹੀ ਇੰਨਾ ਸੀ, ਤੇ ਪਹਿਲੀ ਵਾਰ ਉਹ ਦੇਖ ਰਹੇ ਸੀ ਲਾਈਵ ਬੰਦਾ ਗਾ ਰਿਹਾ, ਨੱਚ ਰਿਹਾ। ਕਿਹੜਾ ਸੀ ਸਾਡੇ ਨਾਲ ਸਾਂਝਾ? ਸਰਜੀਤ ਗਿੱਲ ਚਲੇ ਗਏ ਨੇ, ਰੁਖਸਤ ਹੋ ਗਏ ਨੇ, ਉਹਨਾਂ ਦਾ ਲਿਖਿਆ ਹੋਇਆ ਸੀ, ਜਿਨ੍ਹਾਂ ਨੂੰ ਲੋਕ ਗਿੱਲ ਸਰਜੀਤ ਦੇ ਨਾਂ ਨਾਲ ਜਾਣਦੇ ਨੇ। ਤੇ ਮੇਰਾ ਭੰਗੜੇ ਦਾ ਮਿੱਤਰ ਸੀ, ਰਾਈਟਰ ਸੀ ਬਹੁਤ ਅੱਛਾ, ਉਹਨਾਂ ਦੇ ਕਾਫੀ ਗਾਣੇ ਗਾਏ ਮੈਂ। ਆਈ ਜਾ ਵਿਸਾਖੀ ਡਗਾ ਲਾਇਆ ਢੋਲੀਆਂ ਹੋਏ ਆਉਂਦੇ ਬੰਨ ਟੋਲੀਆਂ, ਗੱਭਰੂ ਪੰਜਾਬ ਦੇ ਨੇ ਪਾਉਂਦੇ ਬੋਲੀਆਂ, ਤੇ ਉਹ ਮਠਾਸਾਂ ਘੋਲੀਆਂ, ਚੋਬਰਾਂ ਦੇ ਹੱਥਾਂ ਵਿੱਚ ਖੁੰਡੇ ਫੱਬਦੇ ਤੇ ਕਿੰਨੇ ਸੋਹਣੇ ਲੱਗਦੇ, ਅਣਖੀ ਜਵਾਨ ਸ਼ੇਰਾਂ ਵਾਂਗੂ ਗੱਜਦੇ ਤੇ ਨਾਮਦਾਨੋਂ ਭੱਜਦੇ,
ਅਣਖੀ ਜ਼ਬਾਨ ਸ਼ੇਰਾਂ ਵਾਂਗੂ ਗੱਜਦੇ ਤੇ ਨਾਮਦਾਨੋਂ ਪਚਦੇ। ਬਹੁਤ ਖੂਬਸੂਰਤ। ਪੰਜਾਬ ਦੀ ਧਰਤੀ ਨੂੰ ਇਹ ਵਰ ਹੈ ਕਿ ਅਸੀਂ ਖੁੱਲ੍ਹੇ ਖੇਤਾਂ ਖਲਿਆਰਾਂ ਦੇ ਵਿੱਚ ਰਹਿੰਦੇ ਹਾਂ ਔਰ ਸਾਡਾ ਵਿਜ਼ਨ ਬੜਾ ਵਾਸਟ ਹੈ। ਅਸੀਂ ਬਹੁਤ ਦਰਿਆ ਦਿਲ ਮੰਨੇ ਜਾਂਦੇ ਹਾਂ ਔਰ ਕੁਝ ਪੰਜਾਬ ਨੇ ਇਸ ਤਰ੍ਹਾਂ ਦੀਆਂ ਤਰਾਸਦੀਆਂ ਹੰਢਾਈਆਂ ਕਿ ਪੰਜਾਬ ਨੇ ਇੱਕ ਇੰਡੀਆ ਦੇ ਵਾਸਤੇ ਇੱਕ ਕੰਧ ਜਿਹੜਾ ਹੈ ਉਹ ਪੰਜਾਬ ਸਾਬਿਤ ਹੋਇਆ ਹੈ। ਅਸੀਂ ਹਮੇਸ਼ਾ ਸੱਚੇ ਪਾਤਸ਼ਾਹ ਅੱਗੇ ਝੁਕੇ ਹਾਂ, ਕਦੇ ਬਾਦਸ਼ਾਹ ਅੱਗੇ ਨਹੀਂ। ਪਰ ਜਦੋਂ ਇਸ ਕਿਸਮ ਦੀ ਕੈਫੀਅਤ ਦੇ ਨਾਲ ਅਸੀਂ ਭੰਗੜਾ ਪਰਫਾਰਮ ਕਰਦੇ ਹਾਂ, ਮੈਂ ਬਹੁਤ ਮਰਤਬਾ ਦੇਖਿਆ ਕਿ ਜਦੋਂ ਯੂਥ ਫੈਸਟੀਵਲ ਹੁੰਦੇ ਹੈ ਤੁਹਾਨੂੰ ਇਨਵਾਈਟ ਕੀਤਾ ਜਾਂਦਾ ਹੈ ਐਜ਼ ਅ ਜੱਜ, ਤਾਂ ਉੱਥੇ ਕੀ ਕੁਝ ਦੇਖਦੇ ਹੋ? ਕਿਉਂਕਿ ਜੋ ਇੱਕ ਰੀਅਲ ਸਟੈਪਸ ਹੈਗੇ ਆ ਭੰਗੜਾ ਦੇ, ਉਹਦੇ ਨਾਲੋਂ ਯੂਥ ਫੈਸਟੀਵਲਸ ਦੇ ਵਿੱਚ ਹੁਣ ਬਹੁਤ ਜ਼ਿਆਦਾ ਫਰਕ ਆ ਗਿਆ ਹੈ। ਤਾਂ ਖਾਮੀਆਂ ਵੀ ਤੁਸੀਂ ਕੱਢਦੇ ਹੋ ਤਾਂ ਕਿਸ ਮਿਆਰ ਨੂੰ ਲੈ ਕੇ, ਕਿਉਂਕਿ ਮਿਆਰ ਕਾਫੀ ਡਿੱਗ ਚੁੱਕਿਆ ਹੈ? ਦੇਖੋ, ਸਾਡੀ ਕੋਸ਼ਿਸ਼ ਹੈ, ਮੇਰੀ ਤੇ ਬੜੀ ਦੇਰ ਤੋਂ ਰਹੀ ਹੈ। ਪਿੱਛੇ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਆਏ ਸੀ ਜੀ। ਉਹਨਾਂ ਚੇਚੇ ਤੌਰ ਤੇ ਮੇਰੀ ਡਿਊਟੀ ਲਾਈ ਸੀ ਕਿ ਮੈਂ ਜਿਹੜੀਆਂ ਸਾਡੀਆਂ ਲੋਕ ਧਾਰਾਵਾਂ ਨੇ, ਸਾਡੇ ਲੋਕ ਨਾਚ ਨੇ, ਇਹਨਾਂ ਦੀ ਜਿਹੜੀ ਨਫਾਸਤ ਹੈਗੀ ਹੈ ਉਹ ਖੁਰਦੀ ਤੁਰੀ ਜਾ ਰਹੀ ਹੈ ਜੀ। ਡੇ ਬਾਈ ਡੇ ਅਸੀਂ ਫਿਲਮੀਕਰਨ ਵੱਲ ਨੂੰ ਤੁਰ ਪਏ ਹਾਂ, ਆਪਦੇ ਟ੍ਰੈਡੀਸ਼ਨਸ ਨੂੰ ਅਸੀਂ ਤਿਆਗਦੇ ਜਾਂਦੇ ਹਾਂ ਤੇ ਉਹਨਾਂ ਦੇ ਰੱਖ ਰਖਾਓ, ਉਹਨਾਂ ਦੇ ਸਾਂਭ ਸੰਭਾਲ ਦੇ ਲਈ ਕੋਈ ਉਪਰਾਲਾ ਕੀਤਾ ਜਾਵੇ। ਸੋ ਉਹਦਾ ਮੈਨੂੰ ਉਹਨਾਂ ਨੇ ਪ੍ਰੋਜੈਕਟ ਡਾਇਰੈਕਟਰ ਬਣਾਇਆ ਪੰਜਾਬੀ ਯੂਨੀਵਰਸਿਟੀ ਨੇ। ਬਾਅਦ 'ਚ ਮੈਂ ਉੱਥੇ 4 ਸਾਲ ਐਜ਼ ਐਨ ਫੈਲੋ ਵੀ ਰਿਹਾ। ਸੋ ਡਿਊਰਿੰਗ ਦੈਟ ਪੀਰੀਅਡ ਦੇ ਵਿੱਚ ਮੈਂ ਉੱਥੇ 4 ਵੱਖ-ਵੱਖ ਡਾਂਸਿਸ, ਭੰਗੜਾ, ਕੁੜੀਆਂ ਦਾ ਗਿੱਧਾ, ਸੰਮੀ ਤੇ ਮੁੰਡਿਆਂ ਦੀ ਝੂਮਰ, ਜੀ, 4 ਲੋਕ ਨਾਚਾਂ ਦੀ ਆਡੀਓ ਵੀਡੀਓ ਡਾਕੂਮੈਂਟੇਸ਼ਨ ਕੀਤੀ ਤੇ ਉਸ ਦੇ ਨਾਲ ਹੀ ਇੱਕ ਡਾਕੂਮੈਂਟੇਸ਼ਨ 5ਵੀਂ ਪੰਜਾਬ ਦੇ ਲੋਕ ਸਾਜ਼, ਜੀ, ਜਿਨ੍ਹਾਂ ਦੇ ਵਿੱਚ ਸਮੁੱਚੇ ਲੋਕ ਸਾਜ਼ ਸ਼ਾਮਲ ਸਨ, ਇੱਕ ਉਹਨਾਂ ਦੀ ਡਾਕੂਮੈਂਟੇਸ਼ਨ ਕੀਤੀ। ਉਹ ਕਰਨ ਦਾ ਪਰਪਸ ਇਹ ਸੀ ਕਿ ਅਸੀਂ ਉਸ ਦੀ ਨਫਾਸਤ ਜੋ ਪੁਰਾਣੀ, ਜੋ ਮੈਂ ਭਾਜੀ ਮਨੋਹਰ ਦੀਪਕ ਹੋਣੀ ਜਾਂ ਮੇਰੇ ਸਵਰਗੀ ਉਸਤਾਦ ਪਾਨਾ ਰਾਮ ਹੋਣੀ, ਉਹਨਾਂ ਨੇ ਜੋ ਆਫਟਰ ਦਾ ਪਾਰਟੀਸ਼ਨ ਇਸ ਸਾਡੇ ਪੰਜਾਬ ਦੀ ਧਰਤੀ, ਇਸ ਭਾਰਤ ਦੀ ਧਰਤੀ ਦੇ ਉੱਤੇ ਸਿਰਜੀ ਸੀ, ਜੀ, ਉਹਨੂੰ ਮੁੜ ਸਰਜੀਤ ਕਰਾਂ ਤੇ ਉਹੀ ਜਿਹੀਆਂ ਵੰਨਗੀਆਂ, ਉਸ ਤਰ੍ਹਾਂ ਦੇ ਸਟੈਪ, ਉਹ ਸਿਸਟਮ, ਤੇ ਉਹ ਕਾਫੀ ਉਹ ਪਪੂਲਰ ਵੀ ਹੋਇਆ ਪ੍ਰੋਜੈਕਟ ਤੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਉਸ ਨੂੰ ਕਾਪੀ ਵੀ ਕੀਤਾ ਤੇ ਅੱਛਾ ਲੱਗਿਆ ਕਿ ਸਾਡੇ ਬੱਚੇ ਕੁਛ ਤਾਂ ਇਸ ਤੋਂ ਵਿੱਚ ਹਾਸਲ ਕਰ ਸਕੇ। ਤੇ ਜਦੋਂ ਕੋਈ ਬੱਚਾ, ਕੋਈ ਤੁਹਾਡੀ ਚੀਜ਼ ਜੋ ਅੱਛੀ ਚੀਜ਼ ਹੈਗੀ ਹੈ, ਜਿਹਦੇ 'ਚ ਸਾਡੇ ਲੋਕ ਧਾਰਾ ਬਚਦੀ ਹੈ, ਸਾਡੇ ਲੋਕ ਜਿਹੜੇ ਡਾਂਸਿਸ ਨੇ ਉਹਨਾਂ ਦਾ ਰੂਪ ਰੇਖਾ ਜਿਹੜੀ ਹੈਗੀ ਆ ਓਰੀਜਨੈਲਿਟੀ ਦੇ ਨੇੜੇ ਹੋ ਕੇ ਨੱਚੀ ਜਾਂਦੀ ਹੈ, ਤਾਂ ਮਨ ਨੂੰ ਸਕੂਨ ਵੀ ਮਿਲਦਾ, ਖੁਸ਼ੀ ਵੀ ਹੁੰਦੀ ਹੈ। ਤੇ ਜਿੱਥੇ ਤੱਕ ਗੱਲ ਹੈਗੀ ਹੈ ਜਜਮੈਂਟ ਦੀ, ਮੈਂ ਵੈਸੇ ਹੁਣ ਬਹੁਤ ਘੱਟ ਜਾਂਦਾ ਵੀ ਹਾਂ ਤਾਂ ਕਿਤੇ ਇੰਟਰ ਯੂਨੀਵਰਸਿਟੀ ਜਾਂ ਜਿੱਥੇ ਕੋਈ ਇੰਟਰ ਕਾਲਜਸ ਵਗੈਰਾ ਹੁੰਦੇ ਨੇ, ਤੇ ਜਾਂ ਕੋਈ ਕਿਸੇ ਪ੍ਰਿੰਸੀਪਲ ਹੀ ਮੇਰਾ ਮਿੱਤਰ ਲੱਗਿਆ ਹੋਵੇ ਜਿਹੜਾ ਬਾਹਲੇ ਜ਼ੋਰ ਪਾਉਣ ਲੱਗ ਜੇ ਕਿ ਵੀ ਜੀ ਆਉਣਾ ਜ਼ਰੂਰ ਹੈ, ਜਾਂ ਹੁਣ ਤਾਂ ਅੱਜ ਕੱਲ੍ਹ ਡਾਇਰੈਕਟਰ ਯੂਥ ਵੈਲਫੇਅਰਸ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਾਰੇ ਮੇਰੇ ਦੋਸਤ ਨੇ ਜੀ। ਤੇ ਉਹ ਕਦੇ ਕਹਿ ਦਿੰਦੇ ਨੇ ਵੀ ਜੀ ਆਇਓ ਜ਼ਰੂਰ, ਤੁਸੀਂ ਜਿਹੜਾ ਲੋਕਾਂ ਨੂੰ ਗਿਆਨ ਦੇ ਕੇ ਜਾਂਦੇ ਹੋ, ਕਿਉਂਕਿ ਮੈਂ ਸਿੱਖਿਆ ਹੈਗਾ, ਮੈਂ ਚੀਜ਼ਾਂ ਆਪਦੇ ਉੱਪਰ ਹੰਢਾਈਆਂ ਨੇ ਜੀ, ਤੇ ਮੈਂ ਉਸ ਐਕਸਪੀਰੀਅੰਸ ਦੇ ਉੱਤੋਂ ਹੀ ਗੱਲ ਕਰਦਾ ਤੇ ਉਹ ਉਸ ਗਿਆਨ ਨੂੰ ਸਪਰੈਡ ਕਰਦਾ, ਤਾਂ ਕਿ ਗਿਆਨ ਇਕੱਲਾ ਮੇਰੇ ਨਾਲ ਹੀ ਨਾ ਤੁਰ ਜੇ, ਰੁਖਸਤ ਨਾ ਹੋ ਜੇ, ਤੇ ਘੱਟੋ ਘੱਟ ਉਹਨੂੰ ਵੱਧ ਤੋਂ ਵੱਧ ਸਪਰੈਡ ਕਰਾਂ ਤਾਂ ਕਿ ਹੋਰ ਵੀ ਲੋਕ ਉਹਦੇ ਬਾਰੇ 'ਚ ਦੱਸ ਸਕਣ, ਡਿਸਕਸ ਕਰ ਸਕਣ, ਤੇ ਸਾਡੀ ਆਉਣ ਵਾਲੀ ਪਨੀਰੀ, ਸਾਡੇ ਆਉਣ ਵਾਲੇ ਯੰਗਸਟਰਸ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਨੇ, ਉਹ ਵੀ ਇਹਨਾਂ ਤੋਂ ਜਾਣੂ ਹੋਣ ਤੇ ਸਾਡੇ ਇਹਨਾਂ ਦੇ ਲੋਕ ਨਾਚਾਂ ਦੇ ਮੂੰਹ ਮੁਹਾਂਦਰੇ ਨੂੰ ਉਸ ਤਰ੍ਹਾਂ ਕਾਇਮ ਰੱਖਣ। ਜੀ, ਇੱਕ ਪਰਸਨਲ ਕੁਐਸਚਨ ਤੇ ਜਵਾਬ ਇਹਦਾ ਸੱਚ ਦੇਣਾ, ਉਹ ਇਹ ਹੈ ਕਿ ਜਦੋਂ ਇੱਕ ਆਰਟਿਸਟ ਆਪਣੀ ਆਰਟ ਨੂੰ ਬਹੁਤ ਜ਼ਿਆਦਾ ਟਾਈਮ ਦਿੰਦਾ ਹੈ ਤਾਂ ਇਹ ਵੀ ਬੜੀ ਸਾਫ਼ ਜੀ ਗੱਲ ਹੈ ਕਿ ਉਹ, ਕਿਉਂਕਿ 24 ਘੰਟੇ ਨਹੀਂ ਦਿਨ ਵਿੱਚ, ਤੇ ਉਹਦੇ ਫੈਮਿਲੀ ਦੇ ਕੁਝ ਘੰਟੇ ਮੰਨਫੀ ਹੋਣਗੇ, ਤੇ ਕਦੇ ਵਾਈਫ ਨੇ ਗੁੱਸਾ ਗਿਲਾ ਨਹੀਂ ਕੀਤਾ? ਦੇਖੋ, ਛੋਟਾ ਮੋਟਾ ਗੁੱਸਾ ਗਿਲਾ ਤਾਂ ਕਦੇ ਕਦਾਈ ਹੋ ਵੀ ਜਾਂਦਾ, ਐਵੇਂ ਕਹਿੰਦੇ ਨੇ ਮੈਂ ਝੂਠ ਮਾਰਾਂ ਤੁਹਾਨੂੰ ਕਿ ਨਹੀਂ ਹੁੰਦਾ, ਪਰ ਇਹ ਮੇਰਾ ਇਸ਼ਕ ਹੈ ਤੇ ਇਹ ਮੇਰੀ ਇਬਾਦਤ ਹੈਗੀ ਹੈ, ਤੇ ਮੈਂ ਆਪਦੀ ਇਬਾਦਤ ਨੂੰ ਬਹੁਤ ਦਿਲੋਂ ਮੁਹੱਬਤ ਕੀਤੀ ਹੈ ਜੀ। ਤੇ ਜਿੱਥੇ ਤੱਕ ਤਲਕਤ ਹੈਗਾ, ਤੇ ਮੈਂ ਆਪਦੀ ਫੈਮਿਲੀ ਨੂੰ, ਆਪਦੇ ਬੱਚਿਆਂ ਨੂੰ, ਆਪਦੇ ਪੇਰੈਂਟਸ ਨੂੰ, ਆਪਦੀਆਂ ਭੈਣਾਂ ਨੂੰ ਵੀ ਉਨਾ ਹੀ ਟਾਈਮ ਦਿੰਦਾ ਰਿਹਾ ਜੀ। ਤੇ ਜੇ ਕਿਤੇ ਕੋਈ, ਠੀਕ ਹੈ, ਕਈ ਵਾਰ ਕੋਈ ਤੁਹਾਡਾ ਫੰਕਸ਼ਨ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀਂ ਉਸ ਨੂੰ ਪਰਸਨਲ, ਜਿਹੜੀ ਇੱਕ ਪਾਸੇ ਤੁਹਾਡੀ ਪਰਸਨਲ ਕਮਿਟਮੈਂਟ ਹੈ, ਦੂਜੇ ਪਾਸੇ ਦੂਜੇ ਤਰਫ ਤੁਹਾਡੀ ਪ੍ਰੋਫੈਸ਼ਨਲ ਕਮਿਟਮੈਂਟ ਹੈਗੀ ਹੈ,
ਤੇ ਤੁਹਾਨੂੰ ਪ੍ਰੋਫੈਸ਼ਨਲ ਫਸਟ ਰੱਖਣੀ ਪੈਂਦੀ ਹੈ ਤੇ ਪਰਸਨਲ ਮੈਂ ਤਾਂ ਥੋੜੀ ਇਹੋ ਕਿਹਾ ਕਿ ਕੋਈ ਕਿੱਸਾ ਸਾਂਝਾ ਕਰੋ ਲੜਾਈ ਦਾ। ਤੇ ਇੰਨੀ ਲੜਾਈ ਤੇ ਨਹੀਂ ਕਦੇ ਵੀ ਕਦੇ ਨੇ ਹੋਈ ਤੇ ਠੀਕ ਹੈ, ਕਿਤੇ ਇੱਕ ਦੋ ਵਾਰ ਚ ਹੁੰਦਾ ਹੈ। ਇੱਕ ਤੇ ਸਾਡੀਆਂ ਦੱਸਣਾ ਚਾਹੁੰਦਾ ਇਸ ਕੈਮਰੇ ਦੇ ਜ਼ਰੀਏ, ਇਸ ਅਨਮਿਊਟ ਸਟੋਰੀਜ਼ ਦੇ ਜ਼ਰੀਏ, ਕਿ ਬਾਹਲੇ ਕਲਾਕਾਰਾਂ ਦੇ ਘਰ ਤਾਂ ਇਹੀ ਲੜਾਈਆਂ ਰਹਿੰਦੀਆਂ ਨੇ ਕਿ ਤੁਸੀਂ ਕੁੜੀਆਂ ਨਾਲ ਰਹਿੰਦੇ ਹੋ। ਤੇ ਇਹ ਮਤਲਬ ਕਿ ਰਿਐਲਿਟੀ ਹੈਗੀ ਹੈ। ਪਰ ਮੈਂ ਇਹ ਸਾਰੇ ਕੁਛ ਤੋਂ ਬਚਿਆ ਰਿਹਾ। ਮੈਂ ਸਾਰੇ ਕੁਛ ਤੋਂ ਬਚਿਆ ਰਿਹਾ ਕਿਉਂਕਿ ਮੈਨੂੰ ਉਸ ਕਿਸਮ ਦਾ ਮੇਰੇ ਤੇ ਹੈ ਨਹੀਂ ਸੀ, ਮਤਲਬ ਕਿ ਨਾ ਮੈਂ ਉਸ ਕਿਸਮ ਦਾ ਆਪਦੇ ਆਪ ਨੂੰ ਉਸ ਵਰਤਾਰੇ 'ਚ ਰੱਖਿਆ ਤੇ ਨਾ ਹੀ ਮੇਰੀ ਵਾਈਫ ਨੇ ਉਸ ਕਿਸਮ ਦੀ ਕੋਈ ਗੱਲ ਕੀਤੀ। ਤੇ ਸਾਡੀ ਜਿਹੜੀ ਸਾਂਝ ਸਵਾਲੀ ਸੀ ਉਹ ਇਹੀ ਸੀ ਕਿ ਭਈ ਭਗਵਾਨ ਨੇ ਪੈਸੇ ਮੈਂ ਕਮਾਉਣਾ, ਫੈਮਿਲੀ ਤੂੰ ਸਾਂਭਣੀ ਹੈ। ਸਾਡੀ ਇਹ ਮਿਊਚੁਅਲ ਅੰਡਰਸਟੈਂਡਿੰਗ ਸੀ। ਦੇਖੋ ਜੇ ਤਾਂ ਉਹ ਵੀ ਮੇਰੇ ਨਾਲ ਕਮਾਉਂਦੀ ਫਿਰ ਤਾਂ ਅੱਧਾ ਸ਼ੇਅਰ ਮੈਂ ਵੀ ਉਧਰ ਪਾਉਂਦਾ। ਬਿਲਕੁਲ। ਤੇ ਇਸ ਕਰਕੇ ਵੀ ਮੈਂ ਇਸ ਪੱਖੋਂ ਬੜਾ ਖੁਸ਼ਕਿਸਮਤ ਹਾਂ ਕਿ ਮੇਰੀ ਵਾਈਫ ਨੇ ਮੇਰੇ ਮਾਤਾ ਪਿਤਾ ਨੂੰ ਵੀ ਤੇ ਮੇਰੇ ਬੱਚਿਆਂ ਨੂੰ ਵੀ ਤੇ ਮੇਰੀ ਉਸ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਸਾਥ ਦਿੱਤਾ ਹੈਗਾ। ਤੇ ਬਾਕੀ ਦੋ ਭਾਂਡੇ ਕਿੱਥੇ ਨੇ ਜਿੱਥੇ ਨਹੀਂ ਖੜਕਦੇ ਕੁੜੀਏ। ਬਿਲਕੁਲ। ਜਦੋਂ ਤੁਸੀਂ ਗਾਇਕ ਤੋਂ ਨਾਇਕ ਵੱਲ ਨੂੰ ਆਉਂਦੇ ਹੋ ਤਾਂ ਕਈ ਵਾਰੀ ਕੀ ਹੈ ਕਿ ਇੱਕ ਖਾਸ ਕਿਸਮ ਦੀ ਪਿਕਚਰ ਪੰਮੀ ਬਾਈ ਦੀ ਬਣੀ ਹੋਈ ਹੈ ਲੋਕਾਂ ਦੇ ਸਾਹਮਣੇ ਵੀ ਉਹਨੇ ਇਸ ਕਿਸਮ ਦੇ ਕੱਪੜਿਆਂ ਨਾਲ ਜਾਂ ਇਸ ਕਿਸਮ ਦੇ ਗੈਟਅਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਣਾ। ਪਰ ਕਦੇ ਕਦੇ ਡਾਇਰੈਕਟਰ ਤੁਹਾਡੇ ਲਿਹਾਫ ਦੇ ਨਾਲ, ਤੁਹਾਡੀ ਲੁੱਕਸ ਦੇ ਨਾਲ ਛੇੜਖਾਨੀ ਕਰ ਦਿੰਦੇ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਆ ਤਾਜੀ ਉਹ ਕੀਤੀ ਤੁਹਾਨੂੰ ਦੱਸ ਦੇਣਾ। ਇੱਕ ਗਾਣਾ ਸੀ, ਪੀਰੀਅਡ ਗਾਣਾ ਸੀ, ਉਹ ਮੈਨੂੰ ਡਾਕਟਰ ਕਹਿਣ ਲੱਗਿਆ ਵੀ ਜੀ ਤੁਹਾਨੂੰ ਜਿਹੜੀ ਹੈਗੀ ਹੈ ਇਹਦੇ 'ਚ ਦਾੜੀ ਟ੍ਰਿਮ ਕਰਨੀ ਪੈਣੀ ਹੈ, ਮੁੱਛਾਂ ਛੋਟੀਆਂ ਕਰਨੀਆਂ ਪੈਣੀਆਂ ਨੇ। ਉਹ ਮੈਂ ਕਿਹਾ ਮੈਂ ਤਾਂ ਬਥੇਰੀਆਂ ਪਹਿਲਾਂ ਕੀਤੀਆਂ ਹੋਈਆਂ ਨੇ। ਉਹ ਕਹਿੰਦੇ ਨਹੀਂ ਕਰਨੀਆਂ ਪੈਣੀਆਂ ਨੇ ਵੀ ਤਾਂ ਹੀ ਪੀਰੀਅਡ ਗਾਣਾ ਬਣਨਾ ਹੈਗਾ, ਤੁਹਾਡੀ ਫਲੈਸ਼ਬੈਕ ਜਿਹੜੀ ਹੈਗੀ ਹੈ ਉਹ ਕਾਲਜ ਲਾਈਫ ਦਿਖਾਉਣੀ ਹੈ ਜੀ। ਤੇ ਮੈਨੂੰ ਫਿਰ ਉਹ ਕੰਪਰੋਮਾਈਜ਼ ਕਰਨਾ ਪਿਆ ਤੇ ਚਲੋ ਵੀ ਠੀਕ ਹੈ, ਤੁਸੀਂ ਖੁਸ਼ ਹੋਣੇ ਚਾਹੀਦੇ ਹੋ। ਕਿਉਂਕਿ ਦੇਖੋ ਜਦੋਂ ਤੁਸੀਂ ਕਿਸੇ ਡਾਇਰੈਕਟਰ ਨਾਲ ਕੰਮ ਕਰਦੇ ਹੋ ਤਾਂ ਉੱਥੇ ਫਿਰ ਤੁਹਾਨੂੰ ਉਸੇ ਦੀ ਮੰਨਣੀ ਪੈਂਦੀ ਹੈਗੀ ਹੈ ਕਿਸੇ ਵੀ ਸਟੋਰੀ 'ਚ। ਹੁਣ ਦਾਰਾ ਫਿਲਮ ਬਣਾਈ, ਉੱਥੇ ਡਾਇਰੈਕਟਰ ਨੇ ਜੋ ਮੈਨੂੰ ਕਿਹਾ, ਹਾਲਾਂਕਿ ਮੈਂ ਤਾਂ ਪ੍ਰੋਡਿਊਸਰ ਵੀ ਸੀ, ਪਰ ਮੈਂ ਉਹਨੂੰ ਪਹਿਲੇ ਦਿਨ ਕਹਿਤਾ ਕਿ ਤੂੰ ਮੈਨੂੰ ਬਿਲਕੁਲ ਇਹ ਸਮਝਣਾ ਨਹੀਂ ਕਿ ਮੈਂ ਪ੍ਰੋਡਿਊਸ ਕਰ ਰਿਹਾ ਜੀ। ਬਾਅਦ 'ਚ ਭਵਾਂ ਦੀ ਉਹ ਫਿਲਮ ਅਸੀਂ ਵੇਚ ਕੇ ਉਹ ਕਹਿੰਦੇ ਨੇ ਉਹਦੇ ਗਰਾਇਆ ਸਾਹਿਬ ਨੇ ਰਿਲੀਜ਼ ਕੀਤੀ ਹੈਗੀ ਹੈ। ਪਰ ਮੈਂ ਡਾਇਰੈਕਟਰ ਨੂੰ ਇਹ ਕਿਹਾ ਸੀ ਕਿ ਜਿੱਥੇ ਵੀ ਮੈਂ ਤੈਨੂੰ ਲੱਗਾ ਕਿ ਥੋੜ੍ਹਾ ਮੋਟਾ ਵੀ ਮੈਂ ਠੀਕ ਨਹੀਂ ਕਰ ਰਿਹਾ ਜਾਂ ਮੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਤੇ ਉਹਨੇ ਮੈਨੂੰ ਰੋਕਿਆ ਤੇ ਮੈਨੂੰ ਬੜਾ ਅੱਛਾ ਲੱਗਿਆ ਜੀ। ਇੱਕ ਆਖਰੀ ਤੇ ਸੰਜੀਦਾ ਸਵਾਲ ਇਹ ਹੈ ਕਿ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਤੁਸੀਂ ਖਾਸ ਕਿਸਮ ਦੀ NGO ਕ੍ਰੀਏਟ ਕਰ ਚੁੱਕੇ ਹੋ, ਉਸ ਆਰਗੇਨਾਈਜੇਸ਼ਨ ਨੂੰ ਰਨ ਕਰ ਰਹੇ ਹੋ। ਉਹ ਕੀ ਹੈ, ਉਸ ਦਾ ਮੰਤਵ ਕੀ ਹੈ, ਲੋਕਾਂ ਦਾ ਰਿਸਪੌਂਸ ਕੀ ਆ ਰਿਹਾ? ਦੇਖੋ ਬੀਬਾ ਜੀ, ਇੱਕ ਗੱਲ ਦੱਸਣਾ ਚਾਹੁੰਦਾ ਕਿ ਨਾ ਮੇਰੇ ਦੋਸਤ ਸੀ, ਡਾਕਟਰਸ ਨੇ, ਵੈਸੇ ਉਹ ਐਜ਼ ਐਨ ਬਿਊਰੋਕਰੇਟ ਰਿਟਾਇਰ ਹੋਏ ਨੇ IAS, ਡਾਕਟਰ ਕਰਮਜੀਤ ਸਰਾਓ, ਇੱਕ ਡਾਕਟਰ ਰਜਿੰਦਰ ਰਾਜ ਜੀ। ਇਹਨਾਂ ਨੇ ਇੱਕ 2016 ਦੇ ਵਿੱਚ ਇੱਕ ਮਿਸ਼ਨ ਸ਼ੁਰੂ ਕੀਤਾ ਸੀ, ਜਾਗਦਾ ਪੰਜਾਬ ਮਿਸ਼ਨ। ਤੇ ਤੋਰਿਆ ਤਾਂ ਮੈਨੂੰ ਉਦੋਂ ਵੀ ਥੋੜ੍ਹਾ ਜਿਹਾ ਨਾਲ ਸੀ, ਪਰ ਉਦੋਂ ਮੇਰੇ ਕੋਲ ਸਮਾਂ ਥੋੜ੍ਹਾ ਜਿਹਾ ਘੱਟ ਹੁੰਦਾ ਸੀ। ਤੇ ਜਦੋਂ ਦੀ ਇਹ ਫਿਰ ਕਿਸਾਨ ਮੂਵਮੈਂਟ ਚੱਲੀ ਤੇ ਮੇਰੇ ਕੋਲ ਮੈਂ ਕਿਉਂਕਿ ਪ੍ਰੋਗਰਾਮਸ ਬਹੁਤ ਘੱਟ ਗਏ ਜੀ ਤੇ ਮਾਹੌਲ ਹੀ ਇਸ ਤਰ੍ਹਾਂ ਦਾ ਸਿਰਜਿਆ ਗਿਆ। ਫਿਰ ਲੋਕਡਾਊਨ ਹੋ ਗਿਆ, ਹਾਂਜੀ, ਕਰੋਨਾ ਕਰਕੇ ਲੋਕਡਾਊਨ ਰਿਹਾ ਤੇ ਉਸ ਦੇ ਵਿੱਚ ਫਿਰ ਮੈਂ ਬੜੀ ਸ਼ਿੱਦਤ ਦੇ ਨਾਲ ਜੁੜਿਆ ਜੀ। ਉਹਦਾ ਮਕਸਦ ਇਹ ਹੈਗਾ ਕਿ ਅਸੀਂ ਉਹ ਲੋਕਾਂ ਨੂੰ ਜਿਹੜੇ ਸਾਡੇ ਪੰਜਾਬੀਆਂ ਨੇ, ਜਿਵੇਂ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਸ਼ਾਇਦ ਉੱਥੇ ਉਸੇ ਨੋਟ ਤੇ ਆ ਕੇ ਅਸੀਂ ਖ਼ਤਮ ਕਰਾਂਗੇ ਜੀ, ਕਿ ਜਿਹੜੇ ਕਿਸਾਨ ਸੁਈਸਾਈਡ ਕਰਦੇ ਨੇ, ਮਜ਼ਦੂਰ ਸੁਈਸਾਈਡ ਕਰਦੇ ਨੇ, ਮਿਹਨਤਕਸ਼ ਲੋਕ ਸੁਈਸਾਈਡ ਕਰਦੇ ਨੇ, ਉਹਨਾਂ ਦੇ ਬੱਚਿਆਂ ਨੂੰ, ਜਾਂ ਕੋਈ ਇੰਟੈਲੀਜੈਂਟ ਬੱਚੇ ਨੇ, ਗਰੀਬ ਨੇ, ਘਰੋਂ ਤਰਾਸਦੀ ਹੈਗੀ ਹੈ, ਫੀਸ ਨਹੀਂ ਭਰ ਸਕਦੇ, ਕਿ ਉਹਨਾਂ ਦੇ ਬੱਚਿਆਂ ਨੂੰ ਅਸੀਂ ਮੁਫਤ ਪੜ੍ਹਾਈਏ, ਐਜੂਕੇਟ ਕਰੀਏ ਤੇ ਉਹਨਾਂ ਨੂੰ ਅੱਗੇ ਉਹਨਾਂ ਦੇ ਪੈਰਾਂ ਸਿਰ ਖੜੇ ਕਰੀਏ। ਪੇਰੈਂਟਸ ਤੇ ਜੋ ਕਰ ਗਏ ਤੇ ਪਰ ਉਹ ਬੱਚਿਆਂ ਦਾ ਕੀ ਕਸੂਰ ਹੈਗਾ। ਤੇ ਤੁਹਾਡੇ ਜਾਣਕਾਰੀ ਹਿੱਤ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਪੰਜਾਬ ਦੇ ਵਿੱਚ 1700 ਬੱਚਿਆਂ ਨੂੰ ਓਨ ਕੀਤਾ ਹੋਇਆ ਹੈ ਤੇ ਕਿੰਨੀਆਂ ਹੀ ਫੈਮਲੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅਸੀਂ ਨਾਟ ਓਨਲੀ ਦਾ ਸਕੂਲ, ਨਾਟ ਓਨਲੀ ਦਾ ਕਾਲਜ, ਨਾਟ ਓਨਲੀ ਦਾ ਯੂਨੀਵਰਸਿਟੀ, ਬਲਕਿ ਪ੍ਰੋਫੈਸ਼ਨਲ ਡਿਗਰੀਆਂ ਤੱਕ ਲੈ ਕੇ ਗਏ ਹਾਂ ਜੀ। ਤੇ ਉਹ ਪਰਿਵਾਰ ਸਾਡੇ ਬਣ ਗਏ ਨੇ
ਤੇ 2.5 ਕਰੋੜ ਦੇ ਕਰੀਬ ਸਾਡੀ ਸਹਾਇਤਾ NGO ਜੋ ਅਮਰੀਕਾ ਕੈਨੇਡਾ 'ਚ ਹੈ ਉਹ ਫੰਡਿੰਗ ਕਰਦੀ ਹੈ, ਤੇ ਅਸੀਂ ਉਹਨਾਂ ਦੇ ਕਾਲਜਾਂ ਸਕੂਲਾਂ ਦੇ ਡਾਇਰੈਕਟ ਪੇਮੈਂਟਸ ਜਿਹੜੀਆਂ ਹੈਗੀਆਂ ਨੇ ਆਨਲਾਈਨ ਉਹ ਡਾਕਟਰ ਰਜਿੰਦਰ ਰਾਜ ਜੀ ਨੇ ਉਹ ਕਰਦੇ ਨੇ। ਤੇ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਹਾਂ, ਆਪਦੀ ਮਾਂ ਬੋਲੀ ਨਾਲ ਜੋੜਦੇ ਹਾਂ, ਆਪਦੇ ਵਿਰਸੇ ਨਾਲ ਜੋੜਦੇ ਹਾਂ, ਤੇ ਲੋਕਾਂ ਨੂੰ ਜਿਹੜੀਆਂ ਭਾਰਤ ਸਰਕਾਰ ਦੀਆਂ ਜਾਂ ਪੰਜਾਬ ਸਰਕਾਰ ਦੀਆਂ ਕੁਝ ਸਕੀਮਾਂ ਉਹਨਾਂ ਦੇ ਫਾਇਦੇ ਦੀਆਂ ਨੇ ਉਹਨਾਂ ਬਾਰੇ ਜੋੜਦੇ ਹਾਂ, ਤੇ ਪੰਜਾਬੀਆਂ ਨੂੰ ਸੁਚੇਤ ਕਰਦੇ ਹਾਂ ਕਿ ਪੰਜਾਬੀਓ ਉੱਠੋ, ਜਾਗੋ, ਜਾਗਣ ਦਾ ਵਕਤ ਆ ਗਿਆ। ਜੇ ਜਾਗੋਗੇ ਹੀ ਨਹੀਂ ਆ ਤਾਂ ਇਸੇ ਤਰ੍ਹਾਂ ਹੀ ਤਰਾਸਦੀ ਸਾਡੇ ਪੰਜਾਬ ਦੀ ਬਣੀ ਰਹਿਣੀ ਹੈ। ਇਹ 5 ਦਰਿਆਵਾਂ ਦੀ ਧਰਤੀ ਜੋ 2.5 ਦੀ ਬਣ ਗਈ ਹੈ, ਤੇ ਜਿਸ ਧਰਤੀ ਦੇ ਉੱਤੇ ਨਸ਼ਿਆਂ ਦੇ ਦਰਿਆ ਵਹਿਣ ਵਗ ਰਹੇ ਨੇ, ਜਿਸ ਧਰਤੀ ਦਾ ਪਾਣੀ ਪੋਲਿਊਟਡ ਹੋ ਗਿਆ, ਜਿਸ ਧਰਤੀ 'ਚ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੋ ਗਈਆਂ, ਤੇ ਇਹ ਗੁਰੂਆਂ ਪੀਰਾਂ ਫਕੀਰਾਂ ਤੇ ਯੋਧੇ ਸੂਰਬੀਰਾਂ ਦੀ ਧਰਤੀ ਹੈ। ਆਓ ਇਹਨੂੰ ਰਲ ਕੇ ਬਚਾਈਏ ਤੇ ਇਹਨੂੰ ਖੁਸ਼ਹਾਲ ਬਣਾਈਏ, ਤੇ ਇਹ ਬਣੂਗਾ ਖੁਸ਼ਹਾਲ ਤਾਂ ਜੇ ਤੁਸੀਂ ਜਾਗੋਗੇ ਤੇ ਆਪਦੇ ਹੱਕਾਂ ਹਕੂਕਾਂ ਲਈ ਜਾਗੋਗੇ, ਆਪਦੇ ਫਰਜ਼ਾਂ ਲਈ ਜਾਗੋਗੇ, ਤੇ ਪੰਜਾਬ ਲਈ ਜਾਗੋਗੇ, ਪੰਜਾਬ ਦੀ ਇਸ ਜਰਖੇਜ਼ ਧਰਤੀ ਲਈ ਜਾਗੋਗੇ। ਤੇ ਸਾਡਾ ਮੋਟੋ ਵੀ ਇਹੀ ਹੈ ਕਿ ਜਾਗਾਂਗੇ, ਜਗਾਵਾਂਗੇ ਤੇ ਪੰਜਾਬ ਬਚਾਵਾਂਗੇ। ਤੇ ਉਸ ਮਿਸ਼ਨ ਨੂੰ ਲੈ ਕੇ ਅਸੀਂ ਪੂਰੇ ਪੰਜਾਬ 'ਚ ਤੁਰੇ ਹੋਏ ਹਾਂ, ਤੇ ਤੁਹਾਡੇ ਵਰਗੇ ਦਾਨਿਸ਼ਮੰਦ ਲੋਕ, ਅੱਛੇ ਲੋਕ, ਬੁੱਧੀਜੀਵੀ ਲੋਕ ਸਾਡੇ ਨਾਲ ਨਿੱਠ ਕੇ ਕੰਮ ਕਰ ਰਹੇ ਨੇ, ਸਾਡੇ ਨਾਲ ਜੁੜ ਰਹੇ ਨੇ। ਇਸ ਕਾਫਲੇ ਦੇ ਵਿੱਚ ਬਹੁਤ ਮੁੰਡੇ, ਯੰਗਸਟਰਸ, ਕੁੜੀਆਂ ਸਾਡੇ ਇਸ ਕਾਫਲੇ ਦਾ ਹਿੱਸਾ ਨੇ, ਯੂਨੀਵਰਸਿਟੀ ਵਿੱਚ ਪੜ੍ਹਦੇ ਸਟੂਡੈਂਟ ਤੇ ਹੋਰ ਬੜੇ ਪੇਂਡੂ ਵਿਦਿਆਰਥੀ ਜਾਂ ਪਿੰਡਾਂ ਦੇ ਉਹ ਨੌਜਵਾਨ ਜਿਹੜੇ ਕੁਛ ਨਹੀਂ ਕਰਦੇ, ਉਹ ਲੋਕ ਸਾਡੇ ਇਸ ਕਾਫਲੇ 'ਚ ਜੁੜੇ ਨੇ। ਤੇ ਅਸੀਂ ਪੰਜਾਬ ਦੀ ਨੁਹਾਰ ਨੂੰ ਬਦਲਣ ਦੇ ਲਈ, ਪੰਜਾਬ ਨੂੰ ਪੈਰਾਂ ਸਿਰ ਕਰਨ ਦੇ ਲਈ ਇਹ ਉਪਰਾਲੇ ਕਰ ਰਹੇ ਹਾਂ। ਜੀ ਬਹੁਤ ਸ਼ੁਕਰੀਆ। ਅੱਜ ਦੀ ਗੱਲਬਾਤ ਬਹੁਤ ਖੂਬਸੂਰਤ ਰਹੀ। ਮੈਂ ਚਾਹਾਂਗੀ ਕਿ ਜਾਂਦੇ ਜਾਂਦੇ ਇੱਕ ਬਹੁਤ ਹੀ ਖੂਬਸੂਰਤ ਗੀਤ ਨਾਲ ਅਸੀਂ ਸਰੋਤਿਆਂ ਨੂੰ ਬਾਏ ਬਾਏ ਕਹੀਏ। ਸੋ ਪਲੀਜ਼। ਸ਼ੋਰ। ਹੁਨੀ ਮੈਂ ਪਾਣੀ, ਹੁਨੀ ਮੈਂ ਪਾਣੀ ਭਰੇ ਨੀਆਂ ਪਤਣੋਂ, ਬੜੇ ਨੈਣ ਹੋ ਬੜੇ ਨੈਣ ਨਾ ਰਹਿੰਦੇ ਤੱਕਣੋਂ, ਅੱਲਾ ਜਾਣੇ ਤੇ ਯਾਰ ਨਾ ਜਾਣੇ। ਮੈਡਾ ਢੋਲ ਉਹ ਮੈਡਾ ਢੋਲ ਜਵਾਨੀਆਂ ਮਾਣੇ, ਅੱਲਾ ਜਾਣੇ ਤੇ ਯਾਰ ਨਾ ਜਾਣੇ। ਮੈਡਾ ਢੋਲ ਜਵਾਨੀਆਂ ਮਾਣੇ। ਬਹੁਤ ਬਹੁਤ ਧੰਨਵਾਦ। ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਜੀ ਸਰੋਤਿਓ, ਅੱਜ ਦੇ ਪ੍ਰੋਗਰਾਮ ਅਨਮਿਊਟ ਕਿਸੇ ਨੂੰ ਇੱਥੇ ਹੀ ਖਤਮ ਕਰਦੇ ਹਾਂ। ਅਗਲੀ ਵਾਰੀ ਫਿਰ ਤੋਂ ਕਿਸੇ ਹੋਰ ਪਰਸਨੈਲਿਟੀ ਦੇ ਨਾਲ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੀ। ਤਦ ਤੱਕ ਲਈ ਮੈਨੂੰ ਯਾਨੀ ਗੁਰਨੀਤ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਬਹੁਤ ਬਹੁਤ ਸ਼ੁਕਰੀਆ।